हाँ जी प्यारे साथियों, सत श्री अकाल साਰਿਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਤੇ ਠੰਡ ਵਗੈਰਾ ਕਾਫੀ ਜ਼ਿਆਦਾ ਵਾ ਤੇ ਆਪਣੀਆਂ ਸਿਹਤਾਂ ਦਾ ਧਿਆਨ ਰੱਖੋ ਤੇ ਪੜ੍ਹਦੇ ਰਹੋ, ਠੀਕ ਆ। ਕੋਲਡ ਫੀਵਰ ਜਿਹੜਾ ਵਾ ਹੋਇਆ ਪਿਆ, ਠੀਕ ਆ। ਫਿਰ ਵੀ ਮਤਲਬ ਮੈਨੂੰ ਲੱਗਿਆ ਵੀ ਨਹੀਂ, ਗੈਪ ਨਹੀਂ ਪਾਉਣਾ, ਕਿਉਂਕਿ ਤੁਹਾਨੂੰ ਇਹ ਚੀਜ਼ ਪਤਾ ਜਾਂ ਨਹੀਂ ਪਤਾ, ਪਰ ਮੈਨੂੰ ਪਤਾ ਵੀ ਮੇਰਾ ਕਰਾਇਆ ਹੋਇਆ ਕੰਟੈਂਟ ਤੁਹਾਡੇ ਲਈ ਕਿੰਨਾ ਜ਼ਿਆਦਾ ਜ਼ਰੂਰੀ ਆ। ਠੀਕ ਆ, ਆਪਾਂ ਕਰ ਰਹੇ ਹਾਂ 7ਵੀਂ ਕਲਾਸ ਦੀ ਹਿਸਟਰੀ, ਜਿਹਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ 5ਵੇਂ ਚੈਪਟਰ ਤੇ। ਠੀਕ ਹੈ, 5ਵੇਂ ਚੈਪਟਰ ਤੇ ਆਪਾਂ ਪਹੁੰਚ ਚੁੱਕੇ ਹਾਂ। ਇਸ ਤੋਂ ਪਹਿਲਾਂ ਆਪਾਂ 4 ਚੈਪਟਰ ਜਿਹੜੇ ਆ ਕਰ ਚੁੱਕੇ ਹਾਂ। 5ਵਾਂ ਚੈਪਟਰ ਆਪਣਾ ਹੈਗਾ ਵਾ ਸ਼ਾਸਕ ਔਰ ਇਮਾਰतें। ਠੀਕ ਹੈ, ਇਹਦੇ ਵਿੱਚ ਅਸੀਂ ਨਾ ਮਤਲਬ ਇਹ ਜਿਹੜਾ ਚੈਪਟਰ ਹੈ ਨਾ, ਜੇ ਮੈਂ ਕਹਾਂ ਕਿ ਜਿਹੜੀ ਸਾਡੀ ਆ 7ਵੀਂ ਕਲਾਸ ਦੀ NCERT ਦੀ ਬੁੱਕ ਆ, ਇਹਦੇ ਤੇ ਜੇ ਕੋਈ ਚੈਪਟਰ ਸਭ ਤੋਂ ਜ਼ਿਆਦਾ ਔਖਾ ਵਾ ਤੇ ਉਹ ਸਿਰਫ ਤੇ ਸਿਰਫ 5ਵਾਂ ਚੈਪਟਰ ਆ। ਬਹੁਤ ਜ਼ਿਆਦਾ ਔਖਾ ਚੈਪਟਰ ਆ। ਤੁਸੀਂ ਖੁਦ ਰੀਡ ਕਰੋਗੇ ਨਾ ਇਸ ਬੁੱਕ ਤੋਂ ਚੈਪਟਰ, ਤੇ ਤੁਹਾਡੇ ਸਭ ਕੁਝ ਉੱਤੋਂ ਦੀ ਲੰਘੂਗਾ, ਤੁਹਾਨੂੰ ਕੁਝ ਨਹੀਂ ਸਮਝ ਆਊਗਾ। ਇੱਥੋਂ ਤੱਕ ਕਿ ਤੁਹਾਨੂੰ ਸ਼ਬਦ ਜਿਹੜੇ ਇਹਦੇ ਵਿੱਚ ਉਹਨਾਂ ਨੇ ਵਰਤੇ ਆ ਹਿੰਦੀ ਦੇ, ਉਹ ਸ਼ਬਦ ਹੀ ਨਹੀਂ ਤੁਹਾਨੂੰ ਪਤਾ ਲੱਗਣੇ ਵੀ ਉਹ ਸ਼ਬਦਾਂ ਦੀ ਪੰਜਾਬੀ ਕੀ ਆ। ਉਸ ਕਨਸੈਪਟ ਨੂੰ ਸਮਝਣਾ ਤੇ ਬਹੁਤ ਦੂਰ ਦੀ ਗੱਲ ਆ। ਠੀਕ ਆ, ਤੇ ਇਹ ਮੈਂ ਕੋਸ਼ਿਸ਼ ਕੀਤੀ ਆ ਵੀ ਮੈਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕਰਵਾਉਂਗੀ। ਇਹ ਚੈਪਟਰ ਜਿਹੜਾ ਵਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਕਾਫੀ ਸਾਰੇ ਕੁਐਸਚਨ ਇਸ ਚੈਪਟਰ ਦੇ ਵਿੱਚੋਂ ਅੱਜ ਤੱਕ ਪੁੱਛੇ ਗਏ ਆ, ਚਾਹੇ PSTET ਦੀ ਗੱਲ ਕਰ ਲਈਏ, ਚਾਹੇ ਆਪਾਂ CTET ਦੀ ਗੱਲ ਕਰ ਲਈਏ। ਠੀਕ ਆ, ਮੈਂ ਥੋੜਾ ਸਾਈਡ ਤੇ ਹੀ ਰਹੂੰਗੀ, ਕਿਉਂਕਿ ਕਨਸੈਪਟ ਨੂੰ ਸਮਝਿਆ ਕਰੋ ਥੋੜਾ ਜਿਹਾ। ਮੈਨੂੰ ਇਹ ਆ ਵੀ ਤੁਹਾਨੂੰ ਜਿਹੜਾ ਵਾ ਸਾਰਾ ਕੁਝ ਕਲੀਅਰਲੀ ਦਿਖੇ। ਠੀਕ ਆ, ਤੇ ਤੁਸੀਂ ਕੰਸਨਟਰੇਟ ਕਰਨਾ ਅੱਜ ਵਾਲੀ ਕਲਾਸ ਤੇ ਪੂਰਾ ਜ਼ਿਆਦਾ। ਠੀਕ ਆ, ਇਹਦੇ ਵਿੱਚ ਤਾਂ ਸਭ ਤੋਂ ਪਹਿਲਾਂ ਗੱਲ ਕੀਤੀ ਗਈ ਆ 8ਵੀਂ ਤੇ 18ਵੀਂ ਸਦੀ ਦੀਆਂ ਇਮਾਰਤਾਂ। 8ਵੀਂ ਤੇ 18ਵੀਂ ਸਦੀ ਦੀਆਂ ਜਿਹੜੀਆਂ ਇਮਾਰਤਾਂ ਸੀਗੀਆਂ, ਉਹਦੇ ਵਿੱਚ 2 ਤਰ੍ਹਾਂ ਦੇ ਇਮਾਰਤਾਂ ਦੀ ਗੱਲ ਕਰਾਂਗੇ। ਠੀਕ ਆ, ਇੱਕ ਤਾਂ ਦੇਖੋ ਇਹਦੇ ਵਿੱਚ ਹੈਗੇ ਆਪਣੇ, ਇੱਕ ਕਹਿੰਦੇ ਆਰਾਮ ਜਾਂ ਵਿਸ਼ਰਾਮ ਲਈ ਜਿਹੜੀਆਂ ਜਗ੍ਹਾ ਬਣੀਆਂ ਹੁੰਦੀਆਂ ਸੀ। ਠੀਕ ਆ, ਆਰਾਮ ਲਈ ਤੇ ਵਿਸ਼ਰਾਮ ਕਰਨ ਲਈ ਜਿਹੜੀਆਂ ਜਗ੍ਹਾ ਬਣੀਆਂ ਹੁੰਦੀਆਂ ਸੀ, ਕਿਲੇ ਹੋ ਗਏ, ਮਹਿਲ ਹੋ ਗਏ, ਮਕਬਰੇ ਹੋ ਗਏ। ਇਹਨਾਂ ਨੂੰ ਕੌਣ ਬਣਾਉਂਦੇ ਸੀ? ਸਿਰਫ ਰਾਜੇ ਵਗੈਰਾ, ਸ਼ਾਸਕ ਹੀ ਬਣਾ ਸਕਦੇ ਸੀ, ਕਿਉਂਕਿ ਇੰਨੇ ਵੱਡੇ ਕਿਲੇ, ਇੰਨੇ ਵੱਡੇ ਮਹਿਲ, ਇੰਨੇ ਵੱਡੇ ਮਕਬਰੇ ਇਹਨਾਂ ਨੂੰ ਆਮ ਲੋਕ ਨਹੀਂ ਸੀ ਬਣਾ ਸਕਦੇ, ਕਿਉਂਕਿ ਇਹਨਾਂ ਨੂੰ ਬਣਾਉਣ ਤੇ, ਇਹਨਾਂ ਦੇ ਨਿਰਮਾਣ ਤੇ ਕਾਫੀ ਖਰਚਾ ਆਉਂਦਾ ਸੀ ਤੇ ਇਹ ਰਾਜਿਆਂ ਦੁਆਰਾ ਬਣਾਏ ਜਾਂਦੇ ਸੀ। ਇਹ ਮੋਸਟ ਇੰਪੋਰਟੈਂਟ ਆ, ਕਿਉਂਕਿ ਪੁੱਛਿਆ ਜਾ ਸਕਦਾ ਕਿ 8ਵੀਂ ਤੇ 18ਵੀਂ ਸਦੀ ਦੇ ਵਿੱਚ ਸਾਨੂੰ ਕਿੰਨੇ ਤਰ੍ਹਾਂ ਦੀਆਂ ਇਮਾਰਤਾਂ ਮਿਲਦੀਆਂ, ਤੇ ਤੁਸੀਂ ਆਨਸਰ ਲਾ ਕੇ ਆਓਗੇ 2 ਤਰ੍ਹਾਂ ਦੀਆਂ। ਕਿਹੜੀਆਂ-ਕਿਹੜੀਆਂ? ਪਹਿਲੀ ਕੈਟਾਗਰੀ ਦੇ ਵਿੱਚ ਆਉਂਦੇ ਸੀ ਆਰਾਮ ਵਿਸ਼ਰਾਮ ਵਾਸਤੇ ਜਿਹੜੀਆਂ ਕੁਝ ਪਲੇਸਿਸ ਬਣਾਈਆਂ ਜਾਂਦੀਆਂ ਸੀ, ਕਿਲੇ ਹੋ ਗਏ, ਮਹਿਲ ਹੋ ਗਏ, ਮਕਬਰੇ ਹੋ ਗਏ। ਸਿਰਫ ਤੇ ਸਿਰਫ ਇਹ ਪਹਿਲੀ ਕੈਟਾਗਰੀ ਰਾਜਿਆਂ ਵਾਸਤੇ। ਜਿਹੜੀ ਦੂਜੀ ਕੈਟਾਗਰੀ ਆਉਂਦੀ, ਇਹਦੇ ਵਿੱਚ ਮੰਦਿਰ ਬਣਾਏ ਜਾਂਦੇ ਸੀ, ਮਸਜਿਦਾਂ ਬਣਾਈਆਂ ਜਾਂਦੀਆਂ ਸੀ। ਹੌਜ ਕੀ ਹੁੰਦੇ ਸੀ? ਹੌਜ ਦਾ ਕਨਸੈਪਟ ਅੱਗੇ ਵੀ ਸਾਡੇ ਸਾਰੇ ਚੈਪਟਰ 'ਚ ਤੁਰਿਆ ਆਉਣਾ ਵਾ। ਪਹਿਲਾਂ ਤੁਸੀਂ ਹੌਜ ਨੂੰ ਸਮਝ ਲਓ, ਜਿੱਦਾਂ ਤਲਾਬ ਨਹੀਂ ਹੁੰਦਾ, ਕੋਈ ਖੂਹ ਹੁੰਦਾ। ਹੌਜ ਦਾ ਸੰਬੰਧ ਕਿਹਦੇ ਨਾਲ ਆ? ਪਾਣੀ ਦੇ ਨਾਲ ਆ, ਜਲ ਦੇ ਨਾਲ ਆ। ਠੀਕ ਹੈ, ਇਹਨੂੰ ਤੁਸੀਂ ਸਮਝ ਲੈਣਾ। ਮੰਦਿਰ, ਮਸਜਿਦ, ਹੌਜ, ਖੂਹ ਤੇ ਸ਼ਰਾਵਾਂ ਤਾਂ ਅੱਜ ਵੀ ਨੇ। ਸ਼ਰਾਵਾਂ ਦਾ ਤੁਹਾਨੂੰ ਪਤਾ ਹੀ ਹੋਊਗਾ। ਇਹ ਜਿਹੜੀਆਂ ਚੀਜ਼ਾਂ ਹੀ ਆਮ ਲੋਕਾਂ ਲਈ ਬਣਾਈਆਂ ਜਾਂਦੀਆਂ ਸੀ। ਮਸਜਿਦ ਜਿੱਥੇ ਲੋਕ ਇਕੱਠੇ ਹੋ ਕੇ ਪੂਜਾ ਆਰਾਧਨਾ ਕਰ ਸਕਦੇ ਸੀ। ਮੰਦਿਰ ਹੋ ਗਿਆ, ਖੂਹ, ਸ਼ਰਾਵਾਂ ਜਿੱਥੇ ਕੋਈ ਯਾਤਰੀ ਕੋਈ ਆਉਂਦੇ ਸੀ, ਉੱਥੇ ਆਪਣਾ ਜਿਹੜਾ ਸੀ ਰਾਤ ਕੱਟ ਸਕਦੇ ਸੀ, ਹਨਾ। ਖੂਹ ਹੋ ਗਏ ਜਿੱਥੋਂ ਲੋਕੀ ਪਾਣੀ ਵਰਤ ਸਕਦੇ ਸੀ। ਹੌਜ ਵੀ ਇੱਕ ਤਲਾਬ ਦੀ ਤਰ੍ਹਾਂ ਹੁੰਦੇ ਸੀ, ਉੱਥੋਂ ਲੋਕੀ ਪਾਣੀ ਵਰਤ ਸਕਦੇ ਸੀ। ਜਾਨੀ ਕਿ ਜਿਹੜੀ ਦੂਜੀ ਕੈਟਾਗਰੀ ਦੀਆਂ ਇਮਾਰਤਾਂ ਸੀ, ਉਹ ਆਮ ਲੋਕਾਂ ਦੇ ਵਾਸਤੇ ਹੀ। ਸਮਝ ਆਈ ਇਸ ਪੁਆਇੰਟ ਦੀ? ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਜੇ ਪੁੱਛਿਆ ਜਾਵੇ ਕਿ 8ਵੀਂ ਅਤੇ 18ਵੀਂ ਸਦੀ ਦੀਆਂ ਇਮਾਰਤਾਂ ਜਿਹੜੀਆਂ ਸੀਗੀਆਂ, ਉਹ ਕਿੰਨੇ ਤਰ੍ਹਾਂ ਦੀਆਂ ਸੀ? 2 ਤਰ੍ਹਾਂ ਦੀਆਂ। ਇੱਕ ਰਾਜਿਆਂ ਦੁਆਰਾ ਬਣਾਈਆਂ ਜਾਂਦੀਆਂ ਸੀ, ਜਿਹਦੇ ਵਿੱਚ ਕਿਲੇ, ਮਹਿਲ ਤੇ ਮਕਬਰੇ ਆਉਂਦੇ ਸੀ, ਤੇ ਜੇਕਰ ਆਮ ਲੋਕਾਂ ਦੀ ਗੱਲ ਕਰੀਏ, ਮੰਦਿਰ, ਮਸਜਿਦ, ਖੂਹ, ਸ਼ਰਾਵਾਂ, ਹੌਜ, ਇਹ ਜਿਹੜੇ ਸੀਗੇ ਆਮ ਲੋਕਾਂ ਦੇ ਵਾਸਤੇ ਸੀ। ਕਲੀਅਰ? ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕੁਤਬ ਮੀਨਾਰ ਦੀ ਤੇ ਆਗਰੇ ਦੇ ਕਿਲੇ ਦੀ। ਅੱਜ ਤੱਕ ਤੁਸੀਂ ਕੁਤਬ ਮੀਨਾਰ ਬਾਰੇ ਇਹੀ ਪੜ੍ਹਿਆ ਹੋਊਗਾ ਵੀ ਇਹਨੂੰ ਜੀ ਕੁਤਬਦੀਨ ਐਬਕ ਨੇ ਬਣਾਇਆ ਸੀ, ਪਰ NCERT ਦੇ ਵਿੱਚ ਸਾਨੂੰ ਕੁਝ ਵੱਖਰੇ ਜਿਹੇ ਪੁਆਇੰਟ ਮਿਲਦੇ ਆ। ਪੜ੍ਹਦੇ ਆ, ਮੈਂ ਤੁਹਾਨੂੰ ਦੱਸਦੀ ਆ। ਸਭ ਤੋਂ ਪਹਿਲਾਂ ਤੇ ਜੇਕਰ ਨਿਰਮਾਣ ਦੀ ਗੱਲ ਕਰੀਏ, ਸਾਨੂੰ ਸਾਰਿਆਂ ਨੂੰ ਪਤਾ ਵੀ ਕੁਤਬਦੀਨ ਐਬਕ ਨੇ ਇਹਦਾ ਨਿਰਮਾਣ 1199 ਈਸਵੀ ਦੇ ਵਿੱਚ ਕਰਾਇਆ ਸੀ। ਕੁਤਬ ਮੀਨਾਰ ਦੀਆਂ ਟੋਟਲ 5 ਮੰਜ਼ਿਲਾਂ ਸੀਗੀਆਂ। ਕਿੰਨੀਆਂ ਮੰਜ਼ਿਲਾਂ ਸੀਗੀਆਂ? 5 ਮੰਜ਼ਿਲਾਂ ਸੀਗੀਆਂ। ਹੁਣ ਸਵਾਲ ਆਉਂਦਾ ਵੀ ਕੁਤਬ ਮੀਨਾਰ ਜਿਹੜਾ ਵਾ, ਸਾਡੇ ਮਨ ਦੇ ਵਿੱਚ ਪੁਆਇੰਟ ਆਉਣਾ ਚਾਹੀਦਾ ਵਾ ਕਿ ਜਿਹੜਾ ਕੁਤਬ ਮੀਨਾਰ ਆ, ਉਹਦਾ ਪੂਰਾ ਦਾ ਪੂਰਾ ਨਿਰਮਾਣ ਜਿਹੜਾ ਵਾ ਕੁਤਬਦੀਨ ਐਬਕ ਨੇ ਕਰਵਾਇਆ ਸੀ? ਨਹੀਂ,
ਜਿਹੜੀ ਕੁਤਬ ਮੀਨਾਰ ਦੀ ਪਹਿਲੀ ਮੰਜ਼ਿਲ ਆ ਉਹ ਸਿਰਫ ਬਣਾਈ ਸੀ ਕੁਤਬਦੀਨ ਐਬਕ ਨੇ, ਜਾਨੀ ਕਿ ਜਿਹੜੀਆਂ ਦੀਆਂ ਬਾਕੀ ਦੀਆਂ 4 ਮੰਜ਼ਿਲਾਂ ਵਾ ਉਹ ਇਲਤੁਤਮਿਸ਼ ਨੇ ਬਣਾਈਆਂ ਸੀ। ਕਿੰਨੇ ਬਣਵਾਈਆਂ ਸੀ? ਇਲਤੁਤਮਿਸ਼ ਨੇ ਬਣਵਾਈਆਂ ਸੀ। ਕਿੰਨੇ ਟਾਈਮ ਪੀਰੀਅਡ ਦੇ ਵਿੱਚ? 1299 ਦੇ ਵਿੱਚ। ਟਾਈਮ ਬਹੁਤ ਈਜ਼ੀ, ਤੁਹਾਨੂੰ ਯਾਦ ਰਹਿ ਜਾਊਗਾ। ਇੱਧਰ ਦੇਖੋ, ਕੁਤਬਦੀਨ ਐਬਕ ਨੇ 1199 ਵਿੱਚ ਪਹਿਲੀ ਇਮਾਰਤ ਬਣਾਈ, ਇਹਦੀ ਪਹਿਲੀ ਮੰਜ਼ਿਲ, ਤੇ ਦੂਜੀ 1299 1299 ਇਲਤੁਤਮਿਸ਼ ਨੇ 1299 ਦੇ ਵਿੱਚ। ਠੀਕ ਆ, ਯਾਦ ਰਹਿ ਜਾਊਗਾ, ਇਹਦੇ ਵਿੱਚ ਕੋਈ ਔਖਾ ਨਹੀਂ। ਅਗਲਾ ਪੁਆਇੰਟ ਜਿਹੜਾ ਇੰਪੋਰਟੈਂਟ ਹੈ, ਜਿਹੜਾ ਕਿ NCERT ਦੇ ਵਿੱਚ ਸਾਨੂੰ ਦਿੱਤਾ, ਇਹ ਕਹਿੰਦੇ ਆ ਇਸ ਦੇ ਪਹਿਲੇ ਛੱਜੇ ਵਿੱਚ ਅਭਿਲੇਖ ਹਨ। ਇਹ ਅਭਿਲੇਖ ਅਰਬੀ ਭਾਸ਼ਾ ਵਿੱਚ ਹਨ। ਠੀਕ ਆ, ਇਸ ਬੁੱਕ ਦੇ ਵਿੱਚ ਇਹਨਾਂ ਨੇ ਪਿਕਚਰ ਦਿੱਤੀ ਹੈ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ। ਮੰਨ ਲਓ ਆ ਜਿਹੜਾ ਵਾ ਕੁਝ ਇਸ ਤਰੀਕੇ ਦਾ ਸਾਡਾ ਕੀ ਆ, ਕੁਤਬ ਮੀਨਾਰ ਆ ਜਿਵੇਂ, ਹਨਾ, ਤੇ ਜਿਹੜਾ ਇਹਦਾ ਪਹਿਲਾ, ਉਹਨਾਂ ਕਹਾ ਪਹਿਲਾ ਛੱਜਾ, ਜਿਹੜਾ ਵਾਲਾ ਪਹਿਲਾ ਛੱਜਾ ਵਾ, ਇੱਥੇ ਕੁਝ ਅਭਿਲੇਖ ਦਿੱਤੇ ਆ। ਕਹਿੰਦੇ ਇਹ ਅਭਿਲੇਖ ਅਰਬੀ ਭਾਸ਼ਾ ਦੇ ਵਿੱਚ ਆ। ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ। ਪਹਿਲਾ ਛੱਜਾ ਮਤਲਬ ਜਦੋਂ ਅਸੀਂ ਜਿਵੇਂ ਸਾਡਾ ਹਰਮੰਦਰ ਸਾਹਿਬ ਆ, ਹਨਾ, ਅਸੀਂ ਹਰਮੰਦਰ ਸਾਹਿਬ, ਚਲੋ ਆਪਣਾ ਹਰਮੰਦਰ ਸਾਹਿਬ ਤੇ ਇੱਕ ਸੱਚਖੰਡ ਆ, ਉਸ ਚੀਜ਼ ਦੇ ਨਾਲ ਮੈਂ ਕੰਪੈਰੀਜ਼ਨ ਨਹੀਂ ਕਰ ਰਹੀ, ਮੈਂ ਸਿਰਫ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਛੱਜੇ ਦਾ ਕੀ ਮਤਲਬ ਆ। ਮਤਲਬ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਦੇ ਆ, ਹਨਾ, ਜਦੋਂ ਅਸੀਂ ਇੰਜ ਉੱਪਰ ਨੂੰ ਦੇਖਾਂਗੇ ਤੇ ਸਾਨੂੰ ਗੁਰਬਾਣੀ ਅੰਕਿਤ ਕੀਤੀ ਮਿਲਦੀ, ਕਿੰਨੇ ਸੋਹਣੇ ਤਰੀਕੇ ਦੇ ਨਾਲ, ਹਨਾ, ਗੁਰਬਾਣੀ ਅੰਕਿਤ ਕੀਤੀ ਮਿਲਦੀ ਨਾ ਜਦੋਂ ਅਸੀਂ ਅੰਦਰ ਦਰਬਾਰ ਦੇ ਵਿੱਚ ਐਂਟਰ ਕਰਦੇ ਆ। ਸੋ ਤੁਸੀਂ ਥੋੜਾ ਜਿਹਾ ਉਸ ਤਰੀਕੇ ਦੇ ਨਾਲ ਸਮਝ ਸਕਦੇ ਆ ਕਿ ਕੁਤਬਦੀਨ ਦੀ ਇਮਾਰਤ, ਜਿਹੜੀ ਕੁਤਬ ਮੀਨਾਰ ਦੀ ਜਿਹੜੀ ਇਮਾਰਤ ਆ, ਉਹਦੇ ਤੇ ਇਸ ਤਰ੍ਹਾਂ ਕੁਝ ਲਿਖਿਆ ਵਾ, ਉਹ ਅਭਿਲੇਖ ਆ ਜਿਹੜੇ ਕਿ ਅਰਬੀ ਭਾਸ਼ਾ ਦੇ ਵਿੱਚ ਲਿਖੇ ਗਏ ਆ। ਜਿਨ੍ਹਾਂ ਨੇ ਕੁਤਬ ਮੀਨਾਰ ਵੇਖਿਆ ਜਾਂ ਕਿਤੇ ਗਏ ਆ, ਜੇਕਰ ਤੁਹਾਨੂੰ ਅਰਬੀ ਭਾਸ਼ਾ ਆਉਂਦੀ ਆ ਤੇ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਵੀ ਕੀ ਲਿਖਿਆ ਵਾ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ, ਇਹ ਮੋਸਟ ਇੰਪੋਰਟੈਂਟ ਆ, ਕਿਉਂਕਿ ਕੁਤਬ ਮੀਨਾਰ ਕੁਤਬਦੀਨ ਐਬਕ ਦਾ ਵਾ, ਇਹ ਫੇਮਸ ਹੋ ਚੁੱਕਾ ਵਾ। ਜੇ ਇਹਦੇ ਵਿੱਚ ਕੁਝ ਵੱਖਰਾ ਪੁਆਇੰਟ ਹੈਗਾ ਵਾ ਤੇ ਉਹ ਇਹੀ ਆ ਕਿ ਇਸ ਦੇ ਪਹਿਲੇ ਛੱਜੇ ਵਿੱਚ ਅਭਿਲੇਖ ਹਨ। ਇਹ ਅਭਿਲੇਖ ਕਿਹੜੀ ਭਾਸ਼ਾ ਵਿੱਚ ਲਿਖੇ ਗਏ? ਅਰਬੀ ਭਾਸ਼ਾ ਦੇ ਵਿੱਚ। ਜਿਹਦੇ ਵਿੱਚ ਸਾਨੂੰ ਕੁਐਸਚਨ ਆਉਣਾ ਹੋਇਆ ਤੇ ਐਵੇਂ ਆਉਣਾ ਵਾ ਕਿ ਕੁਤਬ ਮੀਨਾਰ ਦੇ ਪਹਿਲੇ ਛੱਜੇ ਵਿੱਚ ਕੁਝ ਅਭਿਲੇਖ ਦਿੱਤੇ ਗਏ ਹਨ, ਇਹ ਅਭਿਲੇਖ ਕਿਹੜੀ ਭਾਸ਼ਾ ਦੇ ਵਿੱਚ ਆ? ਤੁਸੀਂ ਯਾਦ ਰੱਖਣਾ, ਐੜੇ ਤੋਂ ਅਭਿਲੇਖ ਤੇ ਐੜੇ ਤੋਂ ਅਰਬੀ ਭਾਸ਼ਾ। ਠੀਕ ਆ, ਉਸ ਤੋਂ ਬਾਅਦ ਆਉਂਦਾ ਵਾ ਆਗਰੇ ਦਾ ਕਿਲਾ। ਆਗਰੇ ਦਾ ਕਿਲਾ ਸਾਨੂੰ ਸਾਰਿਆਂ ਨੂੰ ਪਤਾ ਕਿਹਨੇ ਬਣਵਾਇਆ ਸੀ? ਅਕਬਰ ਨੇ ਬਣਵਾਇਆ ਸੀ। ਠੀਕ ਆ, 2000 ਪੱਥਰ ਕੱਟਣ ਵਾਲੇ ਮਜ਼ਦੂਰ ਜਿਹੜੇ ਸੀ ਇਹਦੇ ਤੇ ਲਾਏ ਗਏ। 2000 ਮਜ਼ਦੂਰ ਉਹ ਜਿਨ੍ਹਾਂ ਦਾ ਕੰਮ ਸੀ ਪੱਥਰ ਕੱਟਣਾ। 2000 ਮਜ਼ਦੂਰ ਉਹ ਜਿਨ੍ਹਾਂ ਦਾ ਕੰਮ ਸੀ ਕੀ ਸੀ? ਸੀਮੈਂਟ ਤੇ ਚੂਨਾ ਪੱਥਰ ਬਣਾਉਣ ਵਾਲੇ ਮਜ਼ਦੂਰ। ਯਾਨੀ ਕਿ ਟੋਟਲ 8000 ਮਜ਼ਦੂਰਾਂ ਦੀ ਜ਼ਰੂਰਤ ਪਈ ਸੀ ਅਕਬਰ ਨੂੰ ਕੀ ਬਣਾਉਣ ਵਾਸਤੇ? ਆਗਰੇ ਦਾ ਕਿਲਾ ਬਣਾਉਣ ਵਾਸਤੇ। ਇਹ ਗਿਣਤੀ ਯਾਦ ਰੱਖਿਓ, 2000 ਹੀ ਪੱਥਰ ਕੱਟਣ ਵਾਲੇ ਮਜ਼ਦੂਰ ਤੇ 2000 ਹੀ ਸੀਮੈਂਟ ਤੇ ਚੂਨਾ ਪੱਥਰ ਬਣਾਉਣ ਵਾਲੇ, ਜਿਹੜੇ ਕਿ ਟੋਟਲ ਮਿਲ ਕੇ ਹੋ ਜਾਂਦੇ ਆ 8000 ਮਜ਼ਦੂਰ। ਠੀਕ ਆ, ਇਹ ਸਾਰੇ ਦੇ ਸਾਰੇ ਪੁਆਇੰਟ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ। ਜਿਹੜੀ ਸਾਨੂੰ ਇਹਨਾਂ ਦੀ ਨਿਰਮਾਣ ਕਲਾ ਵਾ, ਜਾਂ ਕਹਿ ਲਓ ਵੀ NCERT ਦੇ ਵਿੱਚ ਜਿਹੜੀ ਨਿਰਮਾਣ ਕਲਾ ਸਾਨੂੰ ਮਿਲਦੀ ਆ, ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇੱਕ ਵੱਖਰੀ ਜਿਹੀ ਚੀਜ਼ ਮਿਲਦੀ ਆ। ਇਹ ਕਹਿੰਦੇ ਕਿ ਸਮਾਰਕਾਂ ਤੋਂ ਸਾਨੂੰ ਕੀ ਪਤਾ ਲੱਗਦਾ ਵਾ? ਸ਼ਿਲਪ ਕਲਾ ਦਾ ਪਤਾ ਲੱਗਦਾ। ਕਹਿੰਦੇ ਵੀ ਸਮਾਰਕਾਂ ਤੋਂ ਸਾਨੂੰ ਕੀ ਪਤਾ ਲੱਗਦਾ ਵਾ? ਸ਼ਿਲਪ ਕਲਾ ਦਾ ਪਤਾ ਲੱਗਦਾ ਵਾ। ਉਸ ਤੋਂ ਬਾਅਦ ਜਿਹੜੀ 7ਵੀਂ ਅਤੇ 10ਵੀਂ ਸ਼ਤਾਬਦੀ ਆ, ਇਹ ਬਹੁਤ ਇੰਪੋਰਟੈਂਟ ਆ। ਕਿਉਂ ਇੰਪੋਰਟੈਂਟ ਆ? ਇਹਦੇ ਵਿੱਚੋਂ ਕੁਐਸਚਨ ਆ ਸਕਦਾ, 99% ਚਾਂਸ ਆ। ਕਿਵੇਂ? ਮੈਂ ਤੁਹਾਨੂੰ ਪੜ੍ਹਦੀ ਆ, ਦੱਸਦੀ ਆ ਮੈਂ ਤੁਹਾਨੂੰ। ਕਹਿੰਦੇ ਇਸ ਸ਼ਤਾਬਦੀ ਵਿੱਚ ਭਵਨਾਂ ਵਿੱਚ ਜ਼ਿਆਦਾ ਕਮਰੇ ਅਤੇ ਜ਼ਿਆਦਾ ਖਿੜਕੀਆਂ ਦਰਵਾਜ਼ੇ ਬਣਾਉਣ ਲੱਗ ਪਏ। ਪੁੱਛਿਆ ਜਾ ਸਕਦਾ ਵਾ ਵੀ ਉਹ ਕਿਹੜੀ ਸਦੀ ਸੀ ਜਿਹੜੀ ਸਦੀ ਦੇ ਵਿੱਚ ਭਵਨ ਹੁੰਦੇ ਸੀ, ਜਿਹੜੇ ਵੱਡੇ ਵੱਡੇ ਭਵਨ, ਉਹਨਾਂ ਭਵਨਾਂ ਵਿੱਚ ਜ਼ਿਆਦਾ ਕਮਰੇ, ਜ਼ਿਆਦਾ ਖਿੜਕੀਆਂ, ਜ਼ਿਆਦਾ ਦਰਵਾਜ਼ੇ ਬਣਾਉਣ ਲੱਗ ਪਏ। ਯਾਦ ਰੱਖਿਓ, 7ਵੀਂ ਅਤੇ 10ਵੀਂ ਸ਼ਤਾਬਦੀ ਦੇ ਵਿੱਚ। ਫਿਰ ਇਹ ਕਹਿੰਦੇ ਆ 2 ਖੰਭਿਆਂ ਦੇ ਆਰ ਪਾਰ ਸ਼ਹਿਤੀਰ। ਹਿੰਦੀ ਦੇ ਵਿੱਚ ਇਹਨਾਂ ਨੇ ਇਸ ਤਰੀਕੇ ਦਾ ਸ਼ਬਦ ਵਰਤਿਆ ਵਾ, ਸ਼ਹਿਤੀਰ। ਸੀਟੈਟ ਵਾਲੇ ਧਿਆਨ ਦਿਓ, ਜਿਨ੍ਹਾਂ ਨੇ ਸੀਟੈਟ ਦਾ ਪੇਪਰ ਦੇਣਾ। ਸ਼ਹਿਤੀਰ ਦਾ ਮਤਲਬ ਸਰੀਆ, ਜਿਹੜਾ ਅਸੀਂ ਮਕਾਨ ਬਣਾਉਣ ਲਈ ਯੂਜ਼ ਕਰਦੇ ਹਾਂ, ਲੋਹੇ ਦਾ, ਉਹ ਵਾਲਾ। ਕਹਿੰਦੇ ਕਿ 2 ਖੰਭਿਆਂ ਦੇ ਆਰ ਪਾਰ, ਯਾਨੀ ਕਿ ਇਸ ਤਰੀਕੇ ਦੇ ਨਾਲ 2 ਖੰਭੇ
ਤੇ ਉਹਨਾਂ ਦੇ ਆਰ ਪਾਰ ਇਸ ਤਰੀਕੇ ਦੇ ਨਾਲ ਕਹਿੰਦੇ ਉਹਨਾਂ ਦੇ ਆਰ ਪਾਰ ਜਿਹੜੇ ਆ ਸਰੀਆ ਜਿਹੜੇ ਆ ਲੰਘਾ ਕੇ ਤੇ ਲੰਘਾਇਆ ਜਾਂਦਾ ਸੀ, ਯਾਨੀ ਕਿ ਇੱਕ ਗੇਟ ਜਿਹੜਾ ਮੇਨ ਐਂਟਰੀ ਸੀ ਉਸ ਤਰੀਕੇ ਦੇ ਨਾਲ ਕੀਤੀ ਜਾਂਦੀ ਸੀ। ਤੁਸੀਂ ਦੇਖਿਆ ਹੋਊਗਾ ਹੁਣ ਵੀ ਸਾਨੂੰ ਇਸ ਤਰ੍ਹਾਂ ਦੇ ਬਹੁਤ ਦਰਵਾਜ਼ੇ ਮਿਲਦੇ ਆ ਇਸ ਤਰ੍ਹਾਂ ਦੇ, ਠੀਕ ਆ। ਯਾਨੀ ਕਿ ਦੋ ਖੰਭੇ ਬਣਾ ਕੇ ਉਹਨਾਂ ਦੇ ਆਰ ਪਾਰ ਜਿਹੜਾ ਸੀ ਸਰੀਆ ਲਾ ਕੇ ਇੱਕ ਵਸਤੂ ਕਲਾ ਦਾ ਨਮੂਨਾ ਤਿਆਰ ਕੀਤਾ ਜਾਂਦਾ ਸੀ। ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਆ ਉਹਨੂੰ ਕੀ ਕਿਹਾ ਜਾਂਦਾ ਸੀ, ਅਨੁਪ੍ਰਸਥ ਟੋੜਾ। ਯਾਨੀ ਕਿ ਮੁਗਲ ਕਾਲ ਦੇ ਵਿੱਚ ਇਹ ਜਿਹੜੀ ਵਸਤੂ ਕਲਾ ਦਾ ਨਮੂਨਾ ਸੀ ਇਹਨੂੰ ਕੀ ਕਿਹਾ ਜਾਂਦਾ ਸੀ, ਅਨੁਪ੍ਰਸਥ ਟੋੜਾ। ਅਨੁਪ੍ਰਸਥ ਟੋੜਾ ਜਿੱਦਾਂ ਉਹਨਾਂ ਨੇ ਸ਼ਬਦ ਹਿੰਦੀ ਚ ਲਿਖਿਆ ਮੈਂ ਇਹਨੂੰ ਪੰਜਾਬੀ ਚ ਕਨਵਰਟ ਕਰਕੇ ਲਿਖਤਾ ਅਨੁਪ੍ਰਸਥ ਟੋੜਾ। ਇਹਨੂੰ ਤੁਸੀਂ ਯਾਦ ਰੱਖਿਓ। ਫਿਰ ਇਹ ਕਹਿੰਦੇ ਆ ਕਿਉਂਕਿ ਇਹ ਗੱਲ ਕਿਹਦੀ ਹੋ ਰਹੀ ਹੈ, 7ਵੀਂ ਅਤੇ 10ਵੀਂ ਸ਼ਤਾਬਦੀ ਦੇ ਵਿੱਚ ਪੁੱਛਿਆ ਜਾ ਸਕਦਾ ਕਿ 7ਵੀਂ ਅਤੇ 10ਵੀਂ ਸ਼ਤਾਬਦੀ ਦੇ ਵਿੱਚ ਵਸਤੂ ਕਲਾ ਦਾ ਕਿਹੜਾ ਨਮੂਨਾ ਵਰਤਿਆ ਜਾਂਦਾ ਸੀ। ਜਿਹੜੀ ਆਪਸ਼ਨ ਦੇ ਵਿੱਚ ਲਿਖਿਆ ਹੋਣਾ ਅਨੁਪ੍ਰਸਥ ਟੋੜਾ, ਉਹ ਆਪਸ਼ਨ ਤੁਹਾਡੀ ਰਾਈਟ ਹੋਊਗੀ। ਇਹਦੇ ਤੋਂ ਤੁਸੀਂ ਸਮਝ ਲਓ ਵੀ ਜਿਹੜੇ ਇਸ ਤਰੀਕੇ ਦੇ ਕੁਝ ਗੇਟ ਜਿਹੜੇ ਬਣਾਏ ਜਾਂਦੇ ਸੀ ਉਹ ਨਮੂਨਾ, ਠੀਕ ਆ। ਫਿਰ ਕਹਿੰਦੇ ਇਸ ਨਮੂਨੇ ਨੂੰ ਸਮਝੋ, ਕਹਿੰਦੇ 8ਵੀਂ ਅਤੇ 13ਵੀਂ ਸਦੀ ਵਿੱਚ ਜਿਹੜੇ ਮੰਦਿਰ, ਮਸਜਿਦ, ਮਕਬਰੇ ਅਤੇ ਪੌੜੀਦਾਰ ਬਾਵਲੀ, ਬਾਵਲੀ ਦਾ ਮਤਲਬ ਕੀ ਆ, ਖੂਹ। ਇਹ ਨਾ NCERT ਦੇ ਵਿੱਚ ਮਤਲਬ ਕੋਈ ਅਰਬੀ ਭਾਸ਼ਾ ਦਾ ਸ਼ਬਦ ਆਏ, ਬਾਵਲੀ ਕਿਹਨੂੰ ਕਿਹਾ ਜਾਂਦਾ ਸੀ, ਖੂਹ ਨੂੰ ਕਿਹਾ ਜਾਂਦਾ ਸੀ, ਠੀਕ ਹੈ। ਪੌੜੀਦਾਰ ਖੂਹ, ਕਿਵੇਂ ਪੌੜੀਦਾਰ ਖੂਹ ਮੈਂ ਤੁਹਾਨੂੰ ਸਮਝਾਉਣ ਦੀ ਇੱਥੇ ਕੋਸ਼ਿਸ਼ ਕਰਦੀ ਆ। ਪੌੜੀਦਾਰ ਖੂਹ ਕਿਵੇਂ ਦੇ ਹੁੰਦੇ ਆ ਇਸ ਚੀਜ਼ ਨੂੰ ਤੁਸੀਂ ਸਮਝੋ, ਠੀਕ ਹੈ। ਇੱਧਰ ਦੇਖਿਓ, ਥੋੜਾ ਜਿਹਾ ਧਿਆਨ ਦਿਓ। ਪੌੜੀਦਾਰ ਖੂਹ, ਬਾਵਲੀ ਕਿਹਨੂੰ ਕਹਿੰਦੇ ਸੀ। ਇੱਧਰ ਦੇਖੋ ਆ ਨਾ ਆਪਾਂ ਨੀਚੇ ਨੂੰ ਪੌੜੀਆਂ ਉਤਰ ਰਹੇ ਆ ਇਸ ਤਰੀਕੇ ਦੇ ਨਾਲ, ਠੀਕ ਹੈ। ਨੀਚੇ ਨੂੰ ਆਪਾਂ ਪੌੜੀਆਂ ਉਤਰ ਰਹੇ ਆ ਇਸ ਤਰੀਕੇ ਦੇ ਨਾਲ, ਠੀਕ ਹੈ। ਤੇ ਉਧਰੋਂ ਇਧਰੋਂ ਵੀ, ਠੀਕ ਹੈ। ਤੇ ਉਧਰੋਂ ਇੱਧਰ ਵੀ, ਤੇ ਇੱਥੇ ਸਾਰੇ ਕੀ ਹੁੰਦਾ ਸੀ, ਪਾਣੀ ਪਾਣੀ। ਇਹਨੂੰ ਕੀ ਕਹਿ ਦਿੰਦੇ ਆ, ਪੌੜੀਦਾਰ ਖੂਹ। ਆਪਾਂ ਪੰਜਾਬੀ ਚ ਇਹਨੂੰ ਪੌੜੀਦਾਰ ਖੂਹ ਕਵਾਂਗੇ। ਇਹਦੀ ਐਗਜ਼ਾਮਪਲ ਜਿਹੜੇ ਅੱਜ ਕੱਲ ਸਾਡੇ ਗੁਰਦੁਆਰਿਆਂ ਦੇ ਵਿੱਚ ਸਰੋਵਰ ਆ ਉਹ ਇਹਦੀ ਐਗਜ਼ਾਮਪਲ ਆ, ਠੀਕ ਆ। ਤੇ ਇਹ ਅਰਬੀ ਭਾਸ਼ਾ ਦਾ ਸ਼ਬਦ ਆ, ਇਹਨੂੰ ਬਾਵਲੀ ਕਹਿੰਦੇ ਸੀ। NCERT ਦੇ ਵਿੱਚ ਬਾਵਲੀ ਲਿਖਿਆ ਸੀ, ਇਹਦਾ ਮਤਲਬ ਆ ਖੂਹ। ਇਹ ਕਹਿੰਦੇ ਆ ਕਿ 8ਵੀਂ ਤੇ 13ਵੀਂ ਸਦੀ ਦੇ ਵਿੱਚ ਜਿਹੜੇ ਮੰਦਿਰ ਬਣਾਏ ਜਾਂਦੇ ਸੀ, ਜਿਹੜੇ ਮਸਜਿਦ ਬਣਾਏ ਜਾਂਦੇ ਸੀ, ਜਿਹੜੇ ਮਕਬਰੇ ਬਣਾਏ ਜਾਂਦੇ ਸੀ, ਜਾਂ ਜਿਹੜੀ ਪੌੜੀਦਾਰ ਬਾਵਲੀ ਯਾਨੀ ਕਿ ਜਿਹੜੇ ਪੌੜੀਦਾਰ ਖੂਹ ਜਿਹੜੇ ਬਣਾਏ ਜਾਂਦੇ ਸੀ, ਇਹਨਾਂ ਸਾਰੇ ਭਵਨਾਂ ਵਿੱਚ ਇਸੇ ਹੀ ਸ਼ੈਲੀ ਦਾ ਪ੍ਰਯੋਗ ਕੀਤਾ ਜਾਂਦਾ ਸੀ। ਕਿਹੜੀ ਸ਼ੈਲੀ ਦਾ ਪ੍ਰਯੋਗ, ਅਨੁਪ੍ਰਸਥ ਟੋੜਾ ਸ਼ੈਲੀ ਦਾ ਪ੍ਰਯੋਗ ਕੀਤਾ ਜਾਂਦਾ ਸੀ। ਇਹ ਕਲਾਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ, ਠੀਕ ਆ। ਪਲੀਜ਼ ਕਲਾਸ ਨੂੰ ਤੁਸੀਂ ਸ਼ੇਅਰ ਕਰ ਦਿਆ ਕਰੋ, ਠੀਕ ਆ। ਆਪਣਾ ਤਾਂ ਤੁਹਾਡਾ ਆਪਦਾ ਤੇ ਭਲਾ ਹੁੰਦਾ ਹੀ, ਇੰਨੀ ਤੁਹਾਡੀ ਵਧੀਆ ਸਟੱਡੀ ਚੱਲ ਰਹੀ ਹੈ NCERT ਤੋਂ, ਤੇ ਤਾਂ ਕਿ ਅੱਗੇ ਬਹੁਤ ਸਾਰੇ ਜਿਹੜੇ ਨਵੇਂ ਬੱਚੇ ਜੁੜੇ ਨੇ, ਠੀਕ ਆ। ਅਜੇ ਬਹੁਤ ਬੱਚਿਆਂ ਨੂੰ ਨਹੀਂ ਪਤਾ ਲੱਗਾ ਕਿ ਕੋਈ ਏਦਾਂ ਦਾ ਵੀ ਚੈਨਲ ਆਇਆ ਕੋਈ ਨਵਾਂ ਜਿਹੜਾ NCERT ਪੰਜਾਬ ਟੈਟ ਵਾਲੇ ਬੱਚਿਆਂ ਨੂੰ ਪੰਜਾਬੀ ਚ ਟਰਾਂਸਲੇਟ ਕਰਕੇ ਕੋਈ ਕਰਵਾ ਰਿਹਾ, ਹਨਾ। ਤੇ ਨਹੀਂ ਪਤਾ ਲੱਗਾ ਬਹੁਤ ਸਾਰੇ ਬੱਚਿਆਂ ਨੂੰ ਅਜੇ, ਤੇ ਤੁਸੀਂ ਕਲਾਸ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦਾ ਭਲਾ ਹੋ ਸਕੇ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ, ਆਪਾਂ ਕਿਹਦੀ ਗੱਲ ਕਰ ਲਈ, 7ਵੀਂ ਤੇ 10ਵੀਂ ਸ਼ਤਾਬਦੀ ਦੀ ਗੱਲ ਹੋ ਗਈ। ਫਿਰ ਇਹਦੇ ਵਿੱਚ ਆਪਾਂ 8ਵੀਂ ਤੇ 13ਵੀਂ ਸਦੀ ਦੀ ਗੱਲ ਕਰ ਲਈ। ਹੁਣ ਆਪਾਂ ਇਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 11ਵੀਂ ਸਦੀ ਦੀ। 11ਵੀਂ ਸਦੀ ਜਿਹੜੀ ਉਹ ਬਹੁਤ ਇੰਪੋਰਟੈਂਟ ਆ, ਠੀਕ ਆ। ਜਿਹੜਾ ਮੈਂ ਤੁਹਾਨੂੰ ਪਾਂਡਵ ਤੇ ਚੌਲ ਕਰਾਏ ਸੀ ਉਹਦੇ ਵਿੱਚ ਆਪਾਂ ਰਾਜੇਸ਼ਵਰ ਮੰਦਿਰ ਬਾਰੇ ਗੱਲ ਕੀਤੀ ਸੀ, ਉਹ 11ਵੀਂ ਸਦੀ ਦਾ ਹੀ ਮੰਦਿਰ ਆ। ਪੜ੍ਹਦੇ ਆ ਆਪਾਂ ਡਿਟੇਲ ਦੇ ਨਾਲ, ਠੀਕ ਹੈ। ਜਿਹੜਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਥੋੜੀ ਜਿਹੀ ਰਹਿ ਗਈ, ਜਿਹੜਾ ਮੈਂ ਤੁਹਾਨੂੰ ਪੌੜੀਦਾਰ ਬਾਵਲੀ ਵਾਲਾ ਦੱਸਿਆ ਨਾ ਕਿ ਇੱਕ ਪੌੜੀਦਾਰ ਖੂਹ ਹੁੰਦਾ ਸੀ, ਉਹਦੀ ਐਗਜ਼ਾਮਪਲ ਸਾਨੂੰ ਮਿਲਦੀ ਆ ਕਿੱਥੇ ਮਿਲਦੀ ਆ, ਰਾਜਸਥਾਨ ਦੇ ਵਿੱਚ ਕੋਈ ਬੂੰਦੀ ਨਾਮ ਦਾ ਇਲਾਕਾ ਵਾ। ਉਸ ਸਮੇਂ ਉਹਦਾ ਨਾਮ ਬੂੰਦੀ ਹੋਊਗਾ, ਸ਼ਾਇਦ ਹੁਣ ਬਦਲ ਗਿਆ ਹੋਵੇ। ਇੱਥੋਂ ਦੀ ਇੱਕ ਰਾਣੀ ਸੀ, ਕਿਹੜੀ ਰਾਣੀ, ਅਨਰੂਦਰ ਸਿੰਘ, ਠੀਕ ਹੈ। ਅਨਰੂਦਰ ਜਿਹੜਾ ਸੀ ਇੱਕ ਰਾਜਾ ਹੋਇਆ ਇੱਥੋਂ ਦਾ, ਇੱਕ ਅਨਰੂਦਰ ਐਵੇਂ ਕਰਕੇ ਉਹਦਾ ਨਾਮ ਆ ਅਨਰੂਦਰ। ਅਨਰੂਦਰ ਰਾਜਾ ਸੀ। ਇਹਦੀ ਰਾਣੀ ਦਾ ਨਾਮ ਸੀ ਨਥਾਵਤ। ਇਹਦੀ ਰਾਣੀ ਦਾ ਨਾਮ ਕੀ ਸੀ, ਨਥਾਵਤ। ਇਹ ਰਾਣੀ ਨੇ ਜਿਹੜਾ ਸੀ ਆਪਣੀ ਸਿਹਤ ਦੀ ਸੁੰਦਰਤਾ ਦੇ ਵਾਸਤੇ ਇਹਨੇ ਰਾਜਸਥਾਨ ਦੇ ਬੂੰਦੀ ਇਲਾਕੇ ਦੇ ਵਿੱਚ ਪੌੜੀਦਾਰ ਬਾਵਲੀ ਬਣਾਈ ਸੀ। ਬਾਵਲੀ ਮਤਲਬ ਖੂਹ ਬਣਾਇਆ ਸੀ ਉਹਨੇ, ਪੌੜੀਦਾਰ ਖੂਹ ਬਣਾਇਆ ਸੀ। ਕਹਿੰਦੇ ਇਹ ਸਭ ਤੋਂ ਉੱਚਾ ਸੀ। 50 ਪੌੜੀਦਾਰ ਬਾਵਲੀਆਂ ਨਾਲੋਂ ਸਭ ਤੋਂ ਉੱਚਾ ਬਾਵਲੀ ਕਿਹੜਾ ਸੀਗਾ, ਜਿਹੜਾ ਰਾਜਸਥਾਨ ਦੇ ਬੂੰਦੀ ਇਲਾਕੇ ਵਿੱਚ ਅਨਰੂਦਰ ਰਾਜੇ ਦੀ ਰਾਣੀ
ਨਥਾਵਤ ਦੇ ਦੁਆਰਾ ਬਣਾਇਆ ਗਿਆ ਸੀ। ਇਹ ਸਾਰਾ ਜੋ ਵੀ ਮੈਂ ਪੰਜਾਬੀ ਚ ਕਰਵਾ ਰਹੀ ਹਾਂ ਮੈਂ ਟੈਲੀਗ੍ਰਾਮ ਤੇ ਭੇਜੂੰਗੀ, ਖੁਦ ਪੜ੍ਹ ਲੈਣਾ। ਜਿਹੜੇ ਬੱਚੇ ਟੈਲੀਗ੍ਰਾਮ ਤੇ ਨਹੀਂ ਜੁੜੇ ਉਹ ਟੈਲੀਗ੍ਰਾਮ ਤੇ ਜੁੜ ਜਾਓ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਾਂਗੇ 11ਵੀਂ ਸਦੀ ਦੇ ਮੰਦਿਰ ਨਿਰਮਾਣ ਕਲਾ। ਜਦੋਂ ਅਸੀਂ 11ਵੀਂ ਸਦੀ ਦੇ ਮੰਦਿਰ ਨਿਰਮਾਣ ਕਲਾ ਦੀ ਗੱਲ ਕਰਦੇ ਹਾਂ ਤੇ ਕੰਧਰੀਆ ਮੰਦਿਰ ਆਉਂਦਾ ਵਾ। ਕੰਧਰੀਆ ਮਹਾਦੇਵ ਕੌਣ, ਯਾਨੀ ਕਿ ਸ਼ਿਵ, ਠੀਕ ਆ। ਮਹਾਦੇਵ ਸ਼ਿਵ ਦਾ ਮੰਦਿਰ ਸੀ ਇਹ ਜਿਹੜਾ ਕੰਧਰੀਆ ਮੰਦਿਰ ਆ। ਕਹਿੰਦੇ ਇਹਦਾ ਨਿਰਮਾਣ ਚੰਦੇਲ ਰਾਜਵੰਸ਼ ਦੇ ਰਾਜਾ ਧੰਗਦੇਵ ਨੇ 999 ਵਿੱਚ ਕੀਤਾ। ਪੁੱਛਿਆ ਜਾ ਸਕਦਾ ਕਿ ਜਿਹੜਾ 11ਵੀਂ ਸਦੀ ਦਾ ਕੰਧਰੀਆ ਮਹਾਦੇਵ ਮੰਦਿਰ ਆ ਉਹਦਾ ਨਿਰਮਾਣ ਕਿਹਨੇ ਕੀਤਾ। ਯਾਦ ਰੱਖਿਓ ਚੰਦੇਲ ਰਾਜਵੰਸ਼ ਜਿਹੜਾ ਹੋਇਆ ਵਾ ਉਹਦਾ ਇੱਕ ਰਾਜਾ ਹੋਇਆ ਧੰਗਦੇਵ, ਉਹਨੇ 999 ਵਿੱਚ ਇਸ ਕੰਧਰੀਆ ਮਹਾਦੇਵ ਮੰਦਿਰ ਦਾ ਨਿਰਮਾਣ ਕੀਤਾ ਸੀ। ਇਸ ਮੰਦਿਰ ਦੀ ਯੋਜਨਾ ਕੀ ਸੀ, ਸਮਝੋ ਇਸ ਚੀਜ਼ ਨੂੰ। ਕਹਿੰਦੇ ਜਿਹੜਾ ਪ੍ਰਵੇਸ਼ ਦੁਆਰ ਆ, ਪ੍ਰਵੇਸ਼ ਦੁਆਰ ਜਿਹਨੂੰ ਆਪਾਂ ਐਂਟਰੀ ਗੇਟ ਕਹਿ ਦਿੰਦੇ ਆ, ਕਹਿੰਦੇ ਐਂਟਰੀ ਗੇਟ ਜਾਂ ਇਹਦਾ ਮੁੱਖ ਰਸਤਾ, ਜਿਹੜੇ ਮੁੱਖ ਰਸਤੇ ਥਾਣੀ ਅੱਗੇ ਮੰਦਿਰ ਦੇ ਵਿੱਚ ਐਂਟਰ ਹੁੰਦੇ ਸੀ, ਕਹਿੰਦੇ ਮੁੱਖ ਰਸਤਾ ਮਤਲਬ ਮਹਾਮੰਡਪ। ਕਹਿੰਦੇ ਵਿੱਚ ਨ੍ਰਿਤ ਮਤਲਬ ਮੈਂ ਉਵੇਂ ਹੀ ਲਿਖਤਾ NCERT ਦੀ ਬੁੱਕ ਦੇ ਵਿੱਚ ਇਹਨਾਂ ਨੇ, ਇਸ ਬੁੱਕ ਦੇ ਵਿੱਚ ਇਹਨਾਂ ਨੇ ਨ੍ਰਿਤ ਸ਼ਬਦ ਦਿੱਤਾ ਵਾ। ਇਹਦਾ ਮਤਲਬ ਹੈਗਾ ਕੋਈ ਡਾਂਸ ਭੰਗੜਾ, ਠੀਕ ਆ, ਕੋਈ ਡਾਂਸ ਭੰਗੜਾ। ਕਹਿੰਦੇ ਜਿਹੜਾ ਇਸ ਮੰਦਿਰ ਦਾ ਪ੍ਰਵੇਸ਼ ਦੁਆਰ ਹੀ ਐਂਟਰੀ ਗੇਟ ਹੀ ਜਾਂ ਮਹਾਮੰਡਪ ਹੀ ਮੁੱਖ ਰਸਤਾ, ਉੱਥੇ ਕਹਿੰਦੇ ਡਾਂਸ ਦਾ ਆਯੋਜਨ ਕੀਤਾ ਜਾਂਦਾ ਸੀ, ਜਿਹਨੂੰ ਉਹਨਾਂ ਨੇ NCERT ਦੇ ਵਿੱਚ ਲਿਖਿਆ ਵਾ ਨ੍ਰਿਤ, ਠੀਕ ਆ। ਕੋਈ ਡਾਂਸ ਦਾ ਆਯੋਜਨ ਕੀਤਾ ਜਾਂਦਾ ਸੀ, ਠੀਕ ਆ। ਫਿਰ ਇਹ ਕਹਿੰਦੇ ਆ ਦੇਵਤੇ ਦੀ ਮੂਰਤੀ ਮੁੱਖ ਮੰਦਿਰ ਵਿੱਚ ਹੁੰਦੀ ਸੀ, ਯਾਨੀ ਕਿ ਜਿਹੜਾ ਮੰਦਿਰ ਦੇ ਵਿੱਚ ਜਿਹੜੇ ਕੋਈ ਕਿਸੇ ਜਿਹੜੇ ਵੀ ਹੁਣ ਦੇਵਤਾ ਕੌਣ ਹੈ, ਸ਼ਿਵਜੀ ਦੇਵਤਾ, ਮਹਾਦੇਵ। ਕਹਿੰਦੇ ਆ ਦੇਵਤੇ ਦੀ ਜਿਹੜੀ ਮੂਰਤੀ ਸੀ ਉਹ ਮੁੱਖ ਮੰਦਿਰ ਦੇ ਵਿੱਚ ਹੁੰਦੀ, ਕਿਉਂਕਿ ਇੱਥੇ ਤਾਂ ਮੇਨ ਐਂਟਰੀ ਦੀ ਗੱਲ ਹੋ ਰਹੀ ਨਾ, ਐਂਟਰੀ ਗੇਟ। ਕਹਿੰਦੇ ਜਿਹੜਾ ਅੰਦਰ ਜਾ ਕੇ ਜਿਹੜਾ ਮੁੱਖ ਮੰਦਿਰ ਸੀ ਉੱਥੇ ਹੁੰਦੀ ਸੀ ਦੇਵਤੇ ਦੀ ਮੂਰਤੀ। ਤੇ ਵੇਖੋ ਕਿੱਡੀ ਤਕੜੀ ਗੱਲ ਤੇ ਕਿੱਡੀ ਰੂੜੀਵਾਦੀ ਧਾਰਨਾ ਇੱਥੋਂ ਸਾਨੂੰ ਦੇਖਣ ਨੂੰ ਮਿਲੀ ਆ। ਕਹਿੰਦੇ ਵੀ ਜਿਹੜਾ ਅੰਦਰ ਮੁੱਖ ਮੰਦਿਰ ਆ ਜਿੱਥੇ ਦੇਵਤੇ ਦੀ ਮੂਰਤੀ ਪਈ ਆ, ਉੱਥੋਂ ਤੱਕ ਸਿਰਫ ਰਾਜੇ ਜਾ ਸਕਦੇ ਸੀ, ਰਾਜਿਆਂ ਦਾ ਪਰਿਵਾਰ ਜਾ ਸਕਦਾ ਸੀ, ਜਾਂ ਪੁਰੋਹਿਤ ਲੋਕ ਜਾ ਸਕਦੇ ਸੀ। ਆਮ ਲੋਕ ਜਿਹੜਾ ਮੰਦਿਰ ਦਾ ਮੁੱਖ ਕੇਂਦਰ ਸੀ, ਜਿੱਥੇ ਜਿੱਥੇ ਦੇਵਤੇ ਦੀ ਮੂਰਤੀ ਹੁੰਦੀ ਸੀ, ਉੱਥੇ ਆਮ ਲੋਕ ਨਹੀਂ ਸੀ ਜਾ ਸਕਦੇ। ਆ ਦੇਖੋ ਕਹਿੰਦੇ ਆ ਰਾਜਾ ਔਰ ਉਸਦੇ ਪੁਰੋਹਿਤ ਹੀ ਜਾ ਸਕਦੇ। ਕਹਿੰਦੇ ਇੱਥੋਂ ਤੱਕ, ਕਿੱਥੋਂ ਤੱਕ, ਮੁੱਖ ਮੰਦਿਰ ਤੱਕ। ਕਹਿੰਦੇ ਇੱਥੋਂ ਤੱਕ ਸਿਰਫ ਰਾਜਾ ਤੇ ਉਸਦੇ ਪੁਰੋਹਿਤ ਹੀ ਜਾ ਸਕਦੇ ਸਨ, ਆਮ ਲੋਕ ਨਹੀਂ। ਮੁੱਖ ਮੰਦਿਰ ਵਿੱਚ ਪੂਜਾ ਅਤੇ ਆਰਾਧਨਾ ਕੀਤੀ ਜਾਂਦੀ ਸੀ। NCERT ਦੇ ਵਿੱਚ ਸ਼ਬਦ ਲਿਖਿਆ ਹੋਊਗਾ ਅਨੁਸ਼ਠਾਨ, ਧਾਰਮਿਕ ਅਨੁਸ਼ਠਾਨ, ਜਿਹਦਾ ਮਤਲਬ ਕੀ ਆ ਕਿ ਮੁੱਖ ਮੰਦਿਰ ਦੇ ਵਿੱਚ ਪੂਜਾ ਆਰਾਧਨਾ ਕੀਤੀ ਜਾਂਦੀ ਸੀ, ਜਿੱਥੇ ਸਿਰਫ ਰਾਜਾ ਲੋਕ ਹੀ ਜਾ ਸਕਦੇ ਸੀ ਤੇ ਆਮ ਲੋਕ ਜਿਹੜੇ ਸੀ ਉੱਥੇ ਨਹੀਂ ਸੀ ਜਾ ਸਕਦੇ। ਜੇਕਰ ਪੁੱਛਿਆ ਜਾਵੇ ਵੀ ਇਹਦੇ ਪ੍ਰਵੇਸ਼ ਦੁਆਰ ਦੇ ਡਾਂਸ ਭੰਗੜੇ ਵਗੈਰਾ ਦਾ ਆਯੋਜਨ ਜਿਹੜਾ ਸੀ ਕੀਤਾ ਜਾਂਦਾ ਸੀ। ਤੇ ਜਿਹੜੀ ਮੈਂ ਪੌੜੀਦਾਰ ਬਾਵਲੀ ਦੀ ਤੁਹਾਨੂੰ ਐਗਜ਼ਾਮਪਲ ਦਿੱਤੀ, ਰਾਜਸਥਾਨ ਦੇ ਬੂੰਦੀ ਇਲਾਕੇ ਦੀ ਅਨਰੁੱਧ ਰਾਜੇ ਦੀ ਰਾਣੀ ਨਥਾਵਤ ਨੇ ਜਿਹੜਾ ਸੀ ਨਿਰਮਾਣ ਕੀਤਾ ਸੀ ਇੱਕ ਖੂਹ ਦਾ, ਪੌੜੀਦਾਰ ਬਾਵਲੀ ਦਾ, ਠੀਕ ਆ। ਸੌਰੀ, ਠੀਕ ਹੈ, ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਇਹ ਐਗਜ਼ਾਮਪਲ ਆ ਜਰੂਰ ਯਾਦ ਰੱਖਣੀ ਹੈ, ਮੋਸਟ ਇੰਪੋਰਟੈਂਟ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਇਹ ਤਾਂ ਹੋ ਗਿਆ 11ਵੀਂ ਸਦੀ ਵਿੱਚ ਦੋ ਮੰਦਿਰਾਂ ਦੀ ਗੱਲ ਕਰਾਂਗੇ। ਇੱਕ ਇਹਦੇ ਵਿੱਚ ਕੰਧਰੀਆ ਮੰਦਿਰ ਆਉਂਦਾ, ਜਿਹਦੀ ਗੱਲ ਆਪਾਂ ਕਰ ਚੁੱਕੇ ਹਾਂ। ਦੂਜਾ ਮੰਦਿਰ ਇਹਦੇ ਵਿੱਚ ਆਉਂਦਾ ਵਾ ਰਾਜੇਸ਼ਵਰ ਮੰਦਿਰ, ਠੀਕ ਹੈ। ਆਪਾਂ ਗੱਲ ਕਰ ਰਹੇ ਹਾਂ 11ਵੀਂ ਸਦੀ ਦੀ। ਜਦੋਂ ਆਪਾਂ 11ਵੀਂ ਸਦੀ ਦੀ ਗੱਲ ਕਰਦੇ ਹਾਂ ਤਾਂ 11ਵੀਂ ਸਦੀ ਦੇ ਵਿੱਚ ਇੱਕ ਮੈਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਕੰਧਰੀਆ ਮੰਦਿਰ ਜਿਹੜਾ ਕਿਹਦਾ ਸੀ, ਭਗਵਾਨ ਸ਼ਿਵ ਦਾ। ਦੂਜਾ ਮੰਦਿਰ ਇਹਦੇ ਵਿੱਚ ਆਉਂਦਾ ਵਾ ਰਾਜੇਸ਼ਵਰ ਮੰਦਿਰ, ਜਿਹੜਾ ਤੰਜਾਵਰ ਦਾ ਰਾਜੇਸ਼ਵਰ ਮੰਦਿਰ। ਕਹਿੰਦੇ 11ਵੀਂ ਸਦੀ ਦਾ ਇਹ ਸਭ ਤੋਂ ਉੱਚਾ ਮੰਦਿਰ ਸੀ, ਠੀਕ ਹੈ। 11ਵੀਂ ਸਦੀ ਦਾ ਇਹ ਸਭ ਤੋਂ ਉੱਚਾ ਮੰਦਿਰ ਸੀ। ਕਹਿੰਦੇ ਇਸ ਦਾ ਨਿਰਮਾਣ ਕਰਨਾ ਆਸਾਨ ਨਹੀਂ ਸੀ, ਕਿਉਂਕਿ ਉਸ ਸਮੇਂ ਕੋਈ ਵੀ ਕਰੇਨ ਨਹੀਂ ਸੀ। ਹੁਣ ਤਾਂ ਕਰੇਨਾਂ ਆ ਗਈਆਂ ਨਾ, 2-2, 3-3, 4-4 ਮੰਜ਼ਿਲਾਂ ਇਮਾਰਤਾਂ ਬਣਾਉਣੀਆਂ ਹੋਵੇ ਤੇ ਕਰੇਨਾਂ ਆ ਗਈਆਂ, ਪਰ ਉਸ ਸਮੇਂ ਕਹਿੰਦੇ ਕਰੇਨ ਕੋਈ ਨਹੀਂ ਸੀ। ਇਹ ਮੈਂ ਨਹੀਂ ਕਹਿ ਰਹੀ, NCERT ਦੇ ਵਿੱਚ ਲਿਖਿਆ। ਕਹਿੰਦੇ ਉਸ ਸਮੇਂ ਕੋਈ ਵੀ ਕਰੇਨ ਨਹੀਂ ਸੀ।
ਕਹਿੰਦੇ ਸਿਖਰ ਤੇ 90 ਟਨ ਦਾ ਭਾਰੀ ਪੱਥਰ ਲਿਜਾਣਾ। ਜਾਨੀ ਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਮੰਦਿਰ ਦੇ ਉੱਤੇ ਇੱਕ ਗੁੰਬਦ ਜਿਹਾ ਬਣਾਇਆ ਜਾਂਦਾ ਸੀ। ਕਹਿੰਦੇ ਸਿਖਰ ਦੇ ਉੱਤੇ 90 ਟਨ ਦਾ ਭਾਰੀ ਪੱਥਰ ਲਿਜਾਣਾ ਬਹੁਤ ਹੀ ਔਖਾ ਕੰਮ ਸੀ। ਬੰਦੇ ਨਹੀਂ ਸੀ ਇਹਨੂੰ ਫੜ ਕੇ, ਵੀ ਇੰਨੀ ਉਚਾਈ ਤੇ 90 ਟਨ ਦਾ ਭਾਰੀ ਪੱਥਰ ਬੰਦੇ ਥੋੜੀ ਫੜ ਕੇ ਖੜ ਸਕਦੇ ਸੀ। ਫਿਰ ਇਹ ਕਹਿੰਦੇ ਆ ਕਿ ਇਸ ਕੰਮ ਲਈ ਵਸਤੂਕਾਰਾਂ ਨੇ ਚੜਾਈਦਾਰ ਰਸਤਾ ਬਣਾਇਆ। ਚੜਾਈਦਾਰ ਰਸਤਾ ਕਿੱਦਾਂ, ਵੀ ਜਿਵੇਂ ਆਹ ਮੰਦਿਰ ਹੈ ਤੇ ਕੁਝ ਇਸ ਤਰ੍ਹਾਂ ਉਹਨਾਂ ਨੇ ਢਲਾਣ ਜੀ ਬਣਾ ਕੇ ਇਸ ਤਰ੍ਹਾਂ ਸਿਖਰ ਤੱਕ ਪਹੁੰਚਣ ਲਈ ਉਹਨਾਂ ਨੇ ਕੋਈ ਰਸਤਾ ਬਣਾਇਆ। ਕਹਿੰਦੇ ਇਸ ਢਲਾਣ ਰਸਤੇ ਰਾਹੀਂ ਭਾਰੀ ਪੱਥਰ ਨੂੰ ਉੱਪਰ ਲਿਜਾਇਆ ਗਿਆ। ਜਿਹੜਾ ਭਾਰੀ ਪੱਥਰ ਹੀ ਉਹਨੂੰ ਇਸ ਤਰ੍ਹਾਂ ਪਲਸੇਟੇ ਮਾਰ ਕੇ ਇਸ ਤਰ੍ਹਾਂ ਉੱਪਰ ਲਿਜਾਇਆ ਗਿਆ। ਫਿਰ ਕਹਿੰਦੇ ਇਹ ਫਾਸਲਾ 4 ਕਿਲੋਮੀਟਰ ਦਾ ਸੀ। ਵੇਖੋ, ਜਦੋਂ ਅਸੀਂ ਕੋਈ ਵੀ ਬਿਲਡਿੰਗ ਤਿਆਰ ਕਰਦੇ ਆ ਹਨਾ, ਕੁਛ ਵੀ, ਤਾਂ ਸਾਡੇ ਮਨ ਦੇ ਵਿੱਚ ਕਿਲੋਮੀਟਰ ਨਹੀਂ ਆਉਂਦੇ, ਫੁੱਟ ਆਉਂਦੇ ਵੀ ਇੰਨੇ ਫੁੱਟ। ਵੇਖੋ ਵੀ 4 ਕਿਲੋਮੀਟਰ ਦੀ ਉਚਾਈ ਕਿੰਨੀ ਜ਼ਿਆਦਾ ਹੋਊਗੀ ਰਾਜੇਸ਼ਵਰ ਮੰਦਿਰ ਦੀ। ਜਿਹੜੇ ਮੰਦਿਰ, ਜਿਹੜੀ ਮੈਂ ਨਿਰਮਾਣ ਕਲਾ ਦੀ ਗੱਲ ਕਰ ਰਹੀ ਹਾਂ, ਮੈਂ ਟੈਲੀਗ੍ਰਾਮ ਤੇ ਪਿਕਸ ਸੈਂਡ ਕਰੂੰਗੀ, ਚੈਪਟਰ ਵੀ ਪੂਰਾ ਦਾ ਪੂਰਾ ਸੈਂਡ ਕਰੂੰਗੀ, ਤੁਸੀਂ ਪਿਕਚਰ ਦੇਖਿਓ, ਠੀਕ ਹੈ, ਮੈਂ ਪਿਕਚਰ ਸੈਂਡ ਕਰ ਦੂੰਗੀ। ਵੇਖੋ ਕਹਿੰਦੇ ਕਿ 4 ਕਿਲੋਮੀਟਰ ਦਾ ਫਾਸਲਾ ਸੀਗਾ ਗੁੰਬਰ ਤੱਕ ਦਾ। 4 ਕਿਲੋਮੀਟਰ ਦਾ ਫਾਸਲਾ ਵੇਖੋ, ਵੀ ਅਸੀਂ ਤਾਂ ਇਮੇਜਿਨ ਵੀ ਨਹੀਂ ਕਰ ਸਕਦੇ ਹਨਾ। ਤੇ ਤੁਸੀਂ ਇਹ ਸੋਚੋ ਵੀ ਤੁਹਾਡੇ ਪਿੰਡ ਤੋਂ ਕੋਈ ਪਿੰਡ ਆ ਜਿਹੜਾ 4 ਕਿਲੋਮੀਟਰ ਦੀ ਦੂਰੀ ਤੇ ਆ, ਫਿਰ ਤੁਸੀਂ ਸੋਚੋ ਵੀ ਕਿੰਨਾ ਜ਼ਿਆਦਾ ਫਾਸਲਾ ਬਣ ਜਾਂਦਾ ਵਾ। ਇੰਨੀ ਉਚਾਈ ਤੇ ਇੰਨਾ ਭਾਰੀ ਪੱਥਰ ਲਿਜਾਣਾ ਕੋਈ ਮਾੜੀ ਮੋਟੀ ਗੱਲ ਥੋੜੀ ਸੀ। ਫਿਰ ਕਹਿੰਦੇ ਜਦੋਂ ਮੰਦਿਰ ਬਣ ਜਾਂਦਾ ਸੀ ਤਾਂ ਇਸ ਨੂੰ ਢਾਹ ਦਿੱਤਾ ਜਾਂਦਾ ਸੀ। ਕਿਹੜੀ ਢਲਾਣ, ਜਿਹੜੀ ਆ ਇਹਨਾਂ ਨੇ ਚੜਾਈਦਾਰ ਢਲਾਣ ਬਣਾਈ ਆ, ਜਦੋਂ ਇਹਨਾਂ ਨੇ ਇਹਨੂੰ ਕੰਪਲੀਟ ਹੋ ਗਿਆ ਉੱਪਰੋਂ ਸ਼ਿਖਰ, ਤੇ ਇਹਨੂੰ ਢਾਹ ਦਿੱਤਾ ਜਾਂਦਾ ਸੀ। ਕਹਿੰਦੇ ਇਸ ਮੰਦਿਰ ਦੇ ਆਸ-ਪਾਸ ਦੇ ਪਿੰਡਾਂ ਨੂੰ 4 ਪੱਲਮ ਕਹਿੰਦੇ ਹਨ, ਜਿਸ ਦਾ ਅਰਥ ਹੈ ਚੜਾਈਦਾਰ ਰਸਤਾ। ਠੀਕ ਹੈ, ਜਿਸ ਦਾ ਅਰਥ ਕੀ ਹੈ, ਚੜਾਈਦਾਰ ਰਸਤਾ। ਕਹਿੰਦੇ ਜਿਹੜੇ ਇਸ ਪਿੰਡ ਦੇ ਆ ਜਿਹੜਾ ਮੰਦਿਰ ਹੈ, ਇਹਦੇ ਆਸ-ਪਾਸ ਦੇ ਜਿੰਨੇ ਵੀ ਇਲਾਕੇ, ਜਿਹੜੇ ਗਾਵ ਸ਼ਬਦ ਲਿਖਿਆ ਇਹਨਾਂ ਨੇ, ਗਾਵ ਪਿੰਡ NCERT ਦੇ ਵਿੱਚ, ਕਹਿੰਦੇ ਜਿੰਨੇ ਵੀ ਲਾਗੇ ਬਣੇ ਦੇ ਗਾਵ ਸੀਗੇ, ਉੱਥੇ ਜਿਹੜੇ ਸੀ ਉਹਨਾਂ ਪਿੰਡਾਂ ਨੂੰ 4 ਪੱਲਮ ਕਹਿੰਦੇ ਸੀ। 4 ਪੱਲਮ ਦਾ ਅਰਥ ਕੀ ਆ, ਅਰਥ ਇਹਦਾ ਕੀ ਆ ਕਿ ਚੜਾਈਦਾਰ ਰਸਤਾ। ਇੱਕ ਬਹੁਤ ਰਾਜੇਸ਼ਵਰ ਮੰਦਿਰ ਦੀ ਪੂਰੀ ਕਹਾਣੀ ਇੱਕ ਮੈਂ ਤੁਹਾਡੇ ਸਾਹਮਣੇ ਰੱਖਤੀ, ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ, ਠੀਕ ਹੈ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵਾ ਵੀ ਆਪਾਂ 11ਵੀਂ ਸਦੀ ਦੇ ਵਿੱਚ 2 ਮੰਦਿਰਾਂ ਦੀ ਗੱਲ ਕੀਤੀ, ਇੱਕ ਰਾਜੇਸ਼ਵਰ ਮੰਦਿਰ ਦੀ ਤੇ ਦੂਜੀ ਗੱਲ ਕਿਹਦੀ ਕੀਤੀ ਆਪਾਂ, ਕੰਦਰੀਆ ਮੰਦਿਰ ਦੀ। ਦੂਜੀ ਗੱਲ ਕਿਹਦੀ ਆਪਾਂ ਕੀਤੀ ਆ, ਕੰਦਰੀਆ ਮੰਦਿਰ ਦੀ। ਤੁਸੀਂ ਦੋਨਾਂ ਮੰਦਿਰਾਂ ਦਾ ਫਰਕ ਦੱਸਣਾ ਵੀ ਦੋਨਾਂ ਮੰਦਿਰਾਂ ਦੇ ਵਿੱਚ ਫਰਕ ਕੀ ਸੀ, ਕੀ ਫਰਕ ਸੀ ਇਹਨਾਂ ਦੋਵਾਂ ਮੰਦਿਰਾਂ ਦੇ ਵਿੱਚ, ਕਮੈਂਟ ਕਰਕੇ ਦੱਸਿਓ, ਕਿਉਂਕਿ ਦੋਵਾਂ ਮੰਦਿਰਾਂ ਬਾਰੇ ਜਿਹੜਾ ਵਾ ਮੈਂ ਬਹੁਤ ਹੀ ਬਰੀਕੀ ਦੇ ਨਾਲ ਕਰਵਾਇਆ। ਅੱਗੇ ਆਪਾਂ ਗੱਲ ਕਰਦੇ ਹਾਂ 12ਵੀਂ ਸਦੀ ਦੇ ਮੰਦਿਰ ਨਿਰਮਾਣ ਕਰਾ। ਦੇਖੋ ਆਪਾਂ 7ਵੀਂ ਸਦੀ ਦੇ 7ਵੀਂ ਤੋਂ 10ਵੀਂ ਸਦੀ ਬਾਰੇ ਗੱਲ ਕਰ ਚੁੱਕੇ ਹਾਂ, ਫਿਰ ਆਪਾਂ 8ਵੀਂ ਸਦੀ ਦੀ ਗੱਲ ਕਰ ਚੁੱਕੇ ਹਾਂ, 11ਵੀਂ ਸਦੀ ਦੀ ਗੱਲ ਕਰ ਚੁੱਕੇ ਹਾਂ, ਹੁਣ ਆਪਾਂ ਪਹੁੰਚ ਚੁੱਕੇ ਹਾਂ 12ਵੀਂ ਸਦੀ ਤੇ, ਠੀਕ ਆ। ਜਿਹੜੀਆਂ ਸਾਡੀਆਂ ਭਵਨ ਨਿਰਮਾਣ ਕਲਾ ਤੇ ਇਮਾਰਤਾਂ ਦਾ ਜਿਹੜਾ ਕਨਸੈਪਟ ਆ ਨਾ, ਐਦੋਂ ਵਧੀਆ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ, ਠੀਕ ਹੈ, ਕਿਉਂਕਿ NCERT ਦੇ ਵਿੱਚ ਸਾਰੀਆਂ ਚੀਜ਼ਾਂ ਇਹ ਦਿੱਤੀਆਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ। ਜਦੋਂ ਅਸੀਂ 12ਵੀਂ ਸਦੀ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਇਹ ਕਹਿੰਦੇ ਆ ਕਿ ਇਸ ਸਦੀ ਵਿੱਚ ਦਰਵਾਜ਼ਿਆਂ ਅਤੇ ਖਿੜਕੀਆਂ ਉੱਪਰ ਮਹਿਰਾਬ ਬਣਾਏ ਜਾਂਦੇ ਸਨ। ਇਸ ਨੂੰ ਚਾਪਾਕਾਰ ਕਹਿੰਦੇ ਸਨ। ਹੁਣ ਤੁਸੀਂ ਮਹਿਰਾਬ ਸ਼ਬਦ ਸੁਣ ਕੇ ਕਨਫਿਊਜ਼ ਹੋ ਗਏ ਹੋਗੇ? ਨਹੀਂ, ਤੁਸੀਂ ਨਾ ਗੂਗਲ ਤੇ ਸਰਚ ਕਰਿਓ ਮਹਿਰਾਬ ਡੋਰ, ਮਹਿਰਾਬ MEHRAB, ਮਹਿਰਾਬ ਡੋਰ। ਮਹਿਰਾਬ ਡੋਰ ਲਿਖ ਕੇ ਜਦੋਂ ਤੁਸੀਂ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਬਹੁਤ ਸੋਹਣੀਆਂ ਫੋਟੋਆਂ ਮਿਲਣਗੀਆਂ ਤੇ ਤੁਸੀਂ ਆਪੇ ਸਮਝ ਜਾਓਗੇ, ਠੀਕ ਆ। ਮਹਿਰਾਬ ਜਿਹੜੇ ਦਰਵਾਜ਼ੇ ਆ ਉਹ ਇਸ ਤਰ੍ਹਾਂ ਦੇ ਹੁੰਦੇ ਸੀ, ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ, ਠੀਕ ਹੈ। ਇਸ ਤਰ੍ਹਾਂ ਦੇ ਜਿਹੜੇ ਦਰਵਾਜ਼ੇ ਹੁੰਦੇ ਸੀ ਨਾ, ਇਸ ਤਰ੍ਹਾਂ ਦੇ, ਇੱਥੇ ਕੋਈ ਉਹਨਾਂ ਦੇ ਉੱਪਰ ਕੋਈ ਡਿਜ਼ਾਈਨ ਬਣੀ ਹੁੰਦੀ ਸੀ ਇਸ ਤਰ੍ਹਾਂ ਦੇ, ਠੀਕ ਹੈ। ਮੇਰੇ ਕੋਲ ਇੰਨਾ ਵਧੀਆ ਨਹੀਂ ਬਣਿਆ, ਮੈਂ ਇੱਥੇ ਬਣਾਉਣੀ ਆ, ਠੀਕ ਹੈ। ਇਸ ਤਰ੍ਹਾਂ ਦੇ ਨਾਲ
ਇਸ ਤਰ੍ਹਾਂ ਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਦਰਵਾਜ਼ੇ ਆ ਨਾ, ਹੁਣ ਲੋਕੀ ਹੁਣ ਜਿਹੜੇ ਲੇਟੈਸਟ ਲੋਕੀ ਨਵੇਂ ਘਰ ਬਣਾ ਰਹੇ ਆ ਨਾ, ਉਹ ਇਸ ਤਰ੍ਹਾਂ ਦੇ ਦਰਵਾਜ਼ੇ ਬਣਾ ਰਹੇ, ਬਹੁਤ ਸੋਹਣੇ ਲੱਗਦੇ। ਜਿਹੜੇ ਉਹਨਾਂ ਦੇ ਮੇਨ ਐਂਟਰੀ ਗੇਟ ਹੁੰਦੇ ਆ, ਉਹ ਇਸ ਤਰ੍ਹਾਂ ਦੇ ਬਣਾ ਰਹੇ, ਮਹਿਰਾਬ ਦਰਵਾਜ਼ੇ ਉਹਨਾਂ ਨੂੰ ਕਹਿੰਦੇ ਆ। ਇਹਨਾਂ ਨੂੰ ਤੁਸੀਂ ਪਿਕਚਰ ਦੇਖ ਕੇ ਸਮਝ ਜਾਓਗੇ, ਵੈਸੇ ਤਾਂ ਤੁਸੀਂ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਮਿਲ ਜਾਣਗੇ, ਤੇ ਜੇ ਨਹੀਂ ਤੇ ਟੈਲੀਗ੍ਰਾਮ ਤੇ ਵੀ ਭੇਜ ਦੂੰਗੀ, ਠੀਕ ਹੈ। ਇਹਨਾਂ ਨੂੰ ਚਾਪਾਕਾਰ ਕਹਿੰਦੇ ਸੀ। ਯਾਨੀ ਕਿ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਕਿਹੜੀ ਸਦੀ ਦੇ ਵਿੱਚ ਮਹਿਰਾਬ ਵਾਲੇ ਦਰਵਾਜ਼ੇ ਖਿੜਕੀਆਂ ਬਣਾਏ ਜਾਣ ਲੱਗ ਪਏ, ਯਾਦ ਰੱਖਿਓ 12ਵੀਂ ਸਦੀ ਦੇ ਵਿੱਚ। ਇਹਦੀ ਉਦਾਹਰਨ ਕੀ ਆ? ਅਲਾਈ ਦਰਵਾਜ਼ਾ। ਅਲਾਈ ਦਰਵਾਜ਼ਾ ਤੁਸੀਂ ਸਰਚ ਕਰਕੇ ਵੇਖ ਲਿਓ, ਉਹ ਮਹਿਰਾਬ ਦੀ ਹੀ ਐਗਜ਼ਾਮਪਲ ਆ, ਠੀਕ ਹੈ। ਉਹ ਇਸੇ ਤਰ੍ਹਾਂ ਦਾ ਹੀ ਦਰਵਾਜ਼ਾ ਵਾ ਜਿਹੜਾ ਮਹਿਰਾਬ ਵਾਂਗੂ ਬਣਵਾਇਆ ਗਿਆ। ਫਿਰ ਇਹ ਕਹਿੰਦੇ ਹੋਰ ਇਹਦੀ ਕੀ ਐਗਜ਼ਾਮਪਲ ਹੈ? ਕਹਿੰਦੇ 14ਵੀਂ ਸਦੀ ਦਾ ਕੂਵਤ ਅਲ ਇਸਲਾਮ ਮਸਜਿਦ ਦਿੱਲੀ। ਕੂਵਤ ਅਲ ਇਸਲਾਮ ਇੱਕ ਮਸਜਿਦ ਦਾ ਨਾਮ ਆ। ਦਿੱਲੀ ਦੇ ਵਿੱਚ ਇੱਕ ਮਸਜਿਦ ਆ, ਇਸਲਾਮ ਮਸਜਿਦ, ਮੁਸਲਮਾਨਾਂ ਦੀ ਮਸਜਿਦ ਆ, ਜਿਹਦਾ ਨਾਮ ਕੀ ਆ? ਕੂਵਤ ਅਲ ਇਸਲਾਮ ਮਸਜਿਦ। ਇਸ ਮਸਜਿਦ ਦਾ ਦਰਵਾਜ਼ਾ ਵੀ ਕਿਹੜਾ ਵਾ? ਮਹਿਰਾਬ ਦਰਵਾਜ਼ਾ ਵਾ। ਅਲਾਈ ਦਰਵਾਜ਼ਾ ਵੀ ਇਹੋ ਦਰਵਾਜ਼ਾ ਵਾ। ਫਿਰ ਕਹਿੰਦੇ ਆ ਨਿਰਮਾਣ ਕਾਰਜ ਵਿੱਚ ਚੂਨਾ ਪੱਥਰ ਅਤੇ ਸੀਮੈਂਟ ਦਾ ਪ੍ਰਯੋਗ ਵੱਧ ਗਿਆ, ਜਿਸ ਵਿੱਚ ਪੱਥਰਾਂ ਨੂੰ ਕੱਟ ਕੇ ਕੰਕਰੀਟ ਬਣਦੀ ਸੀ। ਮੋਸਟ ਇੰਪੋਰਟੈਂਟ ਆ, ਠੀਕ ਆ। ਪੁੱਛਿਆ ਜਾ ਸਕਦਾ ਵਾ ਵੀ 12ਵੀਂ ਸਦੀ, ਕੁਐਸਚਨ ਪਤਾ ਕਿੱਦਾਂ ਆਉਣਾ, ਸਮਝਿਓ, ਸੁਣਿਓ ਧਿਆਨ ਨਾਲ। ਕਹਿੰਦੇ 12ਵੀਂ ਸਦੀ ਦੇ ਵਿੱਚ ਮੰਦਿਰਾਂ ਦੇ ਨਿਰਮਾਣ ਲਈ, ਮਸਜਿਦਾਂ ਦੇ ਨਿਰਮਾਣ ਲਈ ਚੂਨਾ ਪੱਥਰ ਤੇ ਸੀਮੈਂਟ ਦਾ ਪ੍ਰਯੋਗ ਵੱਧ ਗਿਆ, ਜਿਨ੍ਹਾਂ ਵਿੱਚ ਪੱਥਰਾਂ ਨੂੰ ਕੱਟ ਕੇ ਕੀ ਬਣਾਇਆ ਜਾਂਦਾ ਸੀ? ਕੰਕਰੀਟ। ਇਹਦਾ ਆਨਸਰ ਆਉਣਾ। ਕੰਕਰੀਟ ਦਾ ਮਤਲਬ ਇਹ ਆ ਜਿਵੇਂ ਲਾਈਕ ਬੱਜਰੀ ਟਾਈਪ, ਜਿਹਨੂੰ ਅਸੀਂ ਬੱਜਰੀ ਕਹਿ ਦਿੰਦੇ ਆ। ਕਹਿੰਦੇ ਕਿ ਨਿਰਮਾਣ ਕਾਰਜ ਵਿੱਚ ਚੂਨਾ ਪੱਥਰ ਅਤੇ ਸੀਮੈਂਟ ਦਾ ਪ੍ਰਯੋਗ ਕਰਕੇ, ਮਤਲਬ ਪੱਥਰਾਂ ਨੂੰ ਕੱਟ ਕੇ ਤੇ ਕੀ ਬਣਦੀ ਸੀ? ਕੰਕਰੀਟ ਬਣਦੀ ਸੀ, ਠੀਕ ਹੈ। ਚੂਨਾ ਪੱਥਰ ਤੇ ਸੀਮੈਂਟ ਦਾ ਪ੍ਰਯੋਗ ਵੱਧ ਗਿਆ, ਨਾਲ ਹੀ ਯਾਦ ਰੱਖਿਓ ਪੱਥਰਾਂ ਨੂੰ ਕੱਟ ਕੇ ਕੰਕਰੀਟ ਬਣਦੀ ਸੀ। ਕਿਹੜੀ ਸਦੀ ਦੇ ਵਿੱਚ? 12ਵੀਂ ਸਦੀ ਦੇ ਵਿੱਚ। ਇਹਦੀ ਐਗਜ਼ਾਮਪਲ ਕੀ ਆ? ਅਕਬਰਨਾਮਾ ਕੱਲ ਕਰਵਾਇਆ ਨਾ ਮੈਂ ਤੁਹਾਨੂੰ, ਅਕਬਰਨਾਮਾ ਪੂਰਾ, ਇਹਦੀ ਪਹਿਲੀ ਜਿਲਦ, ਦੂਜੀ ਜਿਲਦ, ਤੀਜੀ ਜਿਲਦ। ਇਹਨਾਂ ਨੇ ਨਾ ਅਕਬਰਨਾਮੇ ਤੋਂ ਇੱਕ ਫੋਟੋ ਲਈ ਆ, ਕਿਹਨਾਂ ਨੇ? ਇਤਿਹਾਸਕਾਰਾਂ ਨੇ। ਅਕਬਰਨਾਮੇ ਦੇ ਵਿੱਚ ਇੱਕ ਫੋਟੋ ਆ ਆਗਰੇ ਦੇ ਕਿਲੇ ਦਾ ਨਿਰਮਾਣ ਦਾ ਇੱਕ ਚਿੱਤਰ ਇਸ ਦੀ ਉਦਾਹਰਨ ਆ। ਕਹਿੰਦੇ ਅਕਬਰਨਾਮਾ ਦੇ ਵਿੱਚ ਇੱਕ ਫੋਟੋ ਦਿੱਤੀ ਗਈ ਆ। ਅਕਬਰਨਾਮਾ ਕਿਹਦਾ ਵਾ? ਅਕਬਰ ਦਾ, ਠੀਕ ਆ। ਤੇ ਆਗਰੇ ਦਾ ਕਿਲਾ ਕਿਹਨੇ ਬਣਾਇਆ ਵਾ? ਅਕਬਰ ਨੇ ਬਣਾਇਆ ਵਾ। ਕਹਿੰਦੇ ਅਕਬਰਨਾਮਾ ਦੇ ਵਿੱਚ ਇੱਕ ਫੋਟੋ ਆ, ਉਸ ਫੋਟੋ ਦੇ ਵਿੱਚ ਕੀ ਆ ਵੀ ਉਹ ਆਗਰੇ ਦੇ ਕਿਲੇ ਦੇ ਨਿਰਮਾਣ ਵਾਸਤੇ ਚੂਨਾ ਪੱਥਰ ਮਿਲਾ ਰਹੇ ਆ, ਸੀਮੈਂਟ ਮਿਲਾ ਰਹੇ ਆ। NCERT ਦੇ ਵਿੱਚ ਪਿਕਚਰ ਜਿਹੜੀ ਆ ਇਹਨਾਂ ਨੇ ਦਿੱਤੀ ਆ, ਇੱਥੇ ਤੁਹਾਨੂੰ ਕਲੀਅਰ ਨਹੀਂ ਦਿਖਣੀ, ਮੈਂ ਟੈਲੀਗ੍ਰਾਮ ਤੇ ਭੇਜ ਦੂੰਗੀ। ਤੇ ਉਹ ਅਕਬਰਨਾਮੇ ਦੇ ਵਿੱਚੋਂ ਜਿਹੜੀ ਇਹਨਾਂ ਨੇ ਫੋਟੋ ਲਈ ਆ, ਉਸ ਫੋਟੋ ਦੇ ਵਿੱਚ ਬਹੁਤ ਸੋਹਣੀ ਇਹਨਾਂ ਨੇ ਜਿਹੜੀ ਆ ਦਿਖਾਇਆ ਵਾ ਵੀ ਉਹ ਆਗਰੇ ਦੇ ਕਿਲੇ ਦਾ ਨਿਰਮਾਣ ਕੋਈ ਕਾਰੀਗਰ, ਕੋਈ ਮਜ਼ਦੂਰ ਜਿਹੜੇ ਆ ਕਰ ਰਹੇ ਆ, ਚੂਨਾ ਪੱਥਰ ਮਿਲਾ ਰਹੇ, ਸੀਮੈਂਟ ਮਿਲਾ ਰਹੇ ਆ, ਠੀਕ ਆ। ਪੱਥਰਾਂ ਨੂੰ ਕੱਟ ਕੇ ਕੰਕਰੀਟ ਬਣਾ ਰਹੇ ਆ। ਉਹ ਸਾਰਾ ਕੁਝ ਇਹਨਾਂ ਨੇ ਉਸ ਫੋਟੋ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਡਿਫਾਈਨ ਕੀਤਾ। ਜੇ ਪੁੱਛਿਆ ਜਾਵੇ ਕਿ ਇੱਥੋਂ ਹੀ ਸਾਡੇ ਕੁਐਸਚਨ ਬਣਦੇ ਆ ਤੇ ਅਸੀਂ ਸੋਚ ਲੈਨੇ ਹਿਸਟਰੀ ਔਖੀ ਆ। ਹੁਣ ਵੇਖੋ, ਸਾਨੂੰ ਪੁੱਛਿਆ ਜਾ ਸਕਦਾ ਵਾ ਕਿ 12ਵੀਂ ਸਦੀ ਦੇ ਵਿੱਚ ਜਿਹੜਾ ਵਾ ਚੂਨਾ ਪੱਥਰ ਤੇ ਸੀਮੈਂਟ ਨੂੰ ਮਿਲਾਉਂਦੀ ਹੋਈ, ਪੱਥਰਾਂ ਨੂੰ ਕੱਟ ਕੇ ਕੰਕਰੀਟ ਬਣਾਉਣ ਵਾਲੀ ਜਿਹੜੀ ਕਲਾ ਵਾ, ਉਹ ਜਿਹੜਾ ਵਾ ਆਗਰੇ ਦੇ ਕਿਲੇ ਦੀ ਜਿਹੜੀ ਫੋਟੋ ਆ, ਉਹ ਕਿਹਦੇ ਵਿੱਚੋਂ ਲਈ ਗਈ ਆ? ਅਕਬਰਨਾਮੇ ਦੇ ਵਿੱਚੋਂ ਲਈ ਗਈ ਆ। ਇਸ ਨੂੰ ਤੁਸੀਂ ਯਾਦ ਰੱਖਿਓ, ਠੀਕ ਹੈ। ਅੱਗੇ ਆਪਾਂ ਜਾਂਦੇ ਆ ਹੌਜਾਂ ਦਾ, ਮੰਦਿਰਾਂ ਦਾ ਨਿਰਮਾਣ, ਮਸਜਿਦਾਂ ਦਾ ਨਿਰਮਾਣ। ਹੌਜ ਮੈਂ ਤੁਹਾਨੂੰ ਦੱਸਿਆ ਸੀ, ਹੌਜਾਂ ਦਾ ਸੰਬੰਧ ਕਿਹਦੇ ਨਾਲ ਆ? ਪਾਣੀ ਦੇ ਨਾਲ ਆ, ਠੀਕ ਆ। ਉਸ ਤੋਂ ਬਾਅਦ ਆਪਾਂ ਕੁਝ ਏਦਾਂ ਦੇ ਮੰਦਿਰਾਂ ਦੀ ਗੱਲ ਕਰਾਂਗੇ ਜਿਹੜੇ ਮੰਦਿਰਾਂ ਦਾ ਨਿਰਮਾਣ ਰਾਜਿਆਂ ਨੇ ਸਿਰਫ ਤੇ ਸਿਰਫ ਪੂਜਾ ਆਰਾਧਨਾ ਲਈ, ਉਪਾਸਨਾ ਲਈ ਕਰਵਾਇਆ ਸੀ, ਠੀਕ ਆ। ਇਹਦੇ ਵਿੱਚ ਕਹਿੰਦੇ ਆ ਕਿ ਮੰਦਿਰ, ਮਸਜਿਦ ਤੇ ਹੌਜ ਕਹਿੰਦੇ ਪੂਜਾ ਆਰਾਧਨਾ ਦੇ ਸਾਧਨ ਹੁੰਦੇ ਸੀ, ਠੀਕ ਆ। ਪੂਜਾ ਆਰਾਧਨਾ ਦੇ ਸਾਧਨ ਹੁੰਦੇ ਸੀ। ਇਹਦੀ ਉਦਾਹਰਨ ਕੀ ਆ? ਕਹਿੰਦੇ ਰਾਜੇਸ਼ਵਰ ਮੰਦਿਰ, ਜਿਸ ਦਾ ਨਿਰਮਾਣ ਰਾਜਦੇਵ ਦੁਆਰਾ ਦੇਵਤੇ ਰਾਜੇਸ਼ਵਰਮ ਦੀ ਉਪਾਸਨਾ ਲਈ ਕੀਤਾ ਗਿਆ, ਠੀਕ ਆ। ਯਾਦ ਰੱਖਿਓ, ਜਿਹੜਾ ਰਾਜੇਸ਼ਵਰ ਮੰਦਿਰ ਆ ਉਹਦਾ ਨਿਰਮਾਣ ਰਾਜਦੇਵ ਨੇ ਕਰਵਾਇਆ ਸੀ। ਹੁਣ ਤੁਸੀਂ ਸੋਚਦੇ ਹੋਗੇ, ਵੇਖੋ ਮੰਦਿਰ ਦਾ ਨਾਮ ਵੀ ਸੇਮ ਜਿਹਾ ਵਾ, ਜਿਹੜੇ ਰਾਜੇ ਨੇ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਉਹਦਾ ਨਾਮ ਵੀ ਸੇਮ ਆ, ਜਿਹੜੇ ਦੇਵਤੇ ਲਈ ਇਹ ਮੰਦਿਰ ਬਣਿਆ ਰਾਜੇਸ਼ਵਰਮ ਨਾਮ ਦਾ ਦੇਵਤਾ, ਉਹਦਾ ਵੀ ਨਾਮ ਸੇਮ ਆ,
ਤੇ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਆਉਂਦਾ ਹੋਊਗਾ ਕਿ ਆਖਰ ਇਹ ਨਾਮ ਜਿਹੜੇ ਸੇਮ ਜੇ ਕਿਉਂ ਆ। ਵੀ ਨਿਰਮਾਣ ਕਰਨ ਵਾਲੇ ਦਾ ਵੀ ਨਾਮ ਸੇਮ, ਜਿਹੜਾ ਰਾਜਾ ਵਾ ਮੰਦਿਰ ਦਾ ਨਾਮ ਵੀ ਉਹੋ ਜਿਹਾ, ਤੇ ਉਹ ਮੰਦਿਰ ਜਿਹੜੇ ਦੇਵਤੇ ਦਾ ਵਾ ਉਹਦਾ ਨਾਮ ਵੀ ਉਹੋ ਜਿਹਾ। ਅਜਿਹਾ ਕਿਉਂ ਹੀ? ਕਹਿੰਦੇ ਰਾਜਿਆਂ ਅਤੇ ਉਹਨਾਂ ਦੇ ਦੇਵਤਿਆਂ ਦੇ ਨਾਮ ਮਿਲਦੇ ਜੁਲਦੇ ਸਨ। ਕਾਰਨ ਇਹ ਕਿ ਇਹ ਨਾਮ ਮੰਗਲਕਾਰੀ ਹੁੰਦੇ ਸਨ। ਮੰਗਲਕਾਰੀ ਇਹਨੇ ਕਿ ਮੰਗਲ ਕਲਿਆਣ ਹੋ ਆਪਕਾ, ਏਦਾਂ ਦੇ ਸ਼ਬਦ ਬੋਲਦੇ ਨੇ ਨਾ। ਮੰਗਲ ਮਤਲਬ ਕਿ ਤੁਹਾਡਾ ਸ਼ੁਭ, ਮਤਲਬ ਸ਼ੁਭ। ਕਹਿੰਦੇ ਇਹ ਜਿਹੜੇ ਨਾਮ ਸੀ ਮੰਗਲਕਾਰੀ ਹੁੰਦੇ ਸੀ। ਰਾਜਾ ਅਜਿਹਾ ਨਾਮ ਆਪਣੇ ਆਪ ਨੂੰ ਦਿਖਾਉਣ ਲਈ ਰੱਖਦਾ ਸੀ, ਸ਼ੋਅ ਆਫ ਕਰਨ ਲਈ। ਏਦਾਂ ਦਾ ਨਾਮ ਜਿਹੜਾ ਸੀ ਰਾਜਾ ਜਿਹੜਾ ਵਾ ਆਪਣਾ ਰੱਖਦਾ ਸੀ। ਇਹ ਉਹੀ ਰਾਜੇਸ਼ਵਰ ਮੰਦਿਰ ਆ, ਉਹੀ ਰਾਜੇਸ਼ਵਰ ਮੰਦਿਰ। ਇੱਕ ਕੰਧਰੀਆ ਮੰਦਿਰ ਤੇ ਇੱਕ ਆਪਾਂ ਤੰਜਾਵਰ ਦਾ ਰਾਜੇਸ਼ਵਰ ਮੰਦਿਰ ਦੀ ਗੱਲ ਕੀਤੀ ਸੀ। ਇਹ ਉਹੀ ਮੰਦਿਰ ਆ। ਉਹਦੇ ਬਾਰੇ ਹੋਰ ਜਾਣਕਾਰੀ ਇਹ ਲਿਖੀ ਹੋਈ ਆ, ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸ਼ਾਹਜਹਾਨ ਦੇ ਬਾਰੇ। ਠੀਕ ਹੈ, ਸ਼ਾਹਜਹਾਨ ਨੇ ਜਿਹੜਾ ਵਾ ਬਹੁਤ ਹੀ ਜ਼ਿਆਦਾ ਕੰਮ ਕੀਤਾ ਵਸਤੂ ਕਲਾ ਨੂੰ ਲੈ ਕੇ, ਭਵਨ ਨਿਰਮਾਣ ਕਲਾ ਨੂੰ ਲੈ ਕੇ। ਤੇ ਆਪਾਂ ਗੱਲ ਕਰਦੇ ਹਾਂ ਸ਼ਾਹਜਹਾਨ ਦੇ ਬਾਰੇ, ਜੋ ਕਿ NCERT ਦੇ ਅਕੋਰਡਿੰਗ ਆ। ਜਿਹੜਾ ਸ਼ਾਹਜਹਾਨ ਦਾ ਕਾਲ ਆਉਂਦਾ ਵਾ, ਯਾਦ ਰੱਖਿਓ, ਕਹਿੰਦੇ ਸ਼ਾਹੀ ਚਿੱਤਰਕਾਰੀ ਅਤੇ ਵਸਤੂ ਕਲਾ ਦਾ ਕਾਲ ਸ਼ਾਹਜਹਾਨ ਦਾ ਕਾਲ। ਸਾਨੂੰ ਪੁੱਛਿਆ ਜਾ ਸਕਦਾ, ਇੰਪੋਰਟੈਂਟ ਆ, ਕਿ ਸ਼ਾਹੀ ਚਿੱਤਰਕਾਰੀ ਅਤੇ ਵਸਤੂ ਕਲਾ ਦਾ ਕਾਲ ਕਿਹੜੇ ਸ਼ਾਸਕ ਦੇ ਕਾਲ ਨੂੰ ਕਿਹਾ ਗਿਆ ਵਾ? ਯਾਦ ਰੱਖਿਓ ਸ਼ਾਹਜਹਾਨ ਦੇ ਕਾਲ ਨੂੰ, ਕਿਉਂਕਿ ਇਹਨੇ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ ਸੀ, ਬਹੁਤ ਵਧੀਆ ਇਹਨੇ ਭਵਨ ਜਿਹੜੇ ਸੀ ਬਣਾਏ ਸੀ। ਕਹਿੰਦੇ ਸ਼ਾਹਜਹਾਨ ਨੇ ਜਮੁਨਾ ਨਦੀ ਕਿਨਾਰੇ ਸ਼ਾਹਜਹਾਨਾਬਾਦ ਸ਼ਹਿਰ ਵਸਾਇਆ। ਯਾਦ ਰੱਖਿਓ ਸ਼ਾਹਜਹਾਨ ਨੇ ਜਮੁਨਾ ਨਦੀ ਦੇ ਕਿਨਾਰੇ, ਜਮੁਨਾ ਨਦੀ ਦੇ ਕੰਢੇ ਕੀ ਆ? ਆਗਰਾ। ਤੇ ਆਗਰਾ ਦੇ ਨੇੜੇ ਕੀ ਸੀ? ਸ਼ਾਹਜਹਾਨਾਬਾਦ ਸ਼ਹਿਰ ਇਹਨੇ ਵਸਾਇਆ ਸੀਗਾ, ਜੋ ਇਸ ਦੀ ਰਾਜਧਾਨੀ ਸੀ। ਠੀਕ ਹੈ, ਪਹਿਲਾਂ ਇਸ ਦੀ ਰਾਜਧਾਨੀ ਕੀ ਸੀ? ਸ਼ਾਹਜਹਾਨਾਬਾਦ। ਫਿਰ ਇਹਨੇ ਆਗਰਾ ਰਾਜਧਾਨੀ ਬਣਾਈ, ਫਿਰ ਦਿੱਲੀ। ਠੀਕ ਹੈ, ਜਾਮਾ ਮਸਜਿਦ ਸ਼ਾਹਜਹਾਨ ਨੇ ਬਣਾਈ ਹੈ ਲਗਭਗ 1650 ਤੋਂ 56 ਈਸਵੀ ਦਾ ਸਮਾਂ ਜਿਹੜਾ ਵਾ, ਉਹਦੇ ਵਿੱਚ ਜਾਮਾ ਮਸਜਿਦ ਦਾ ਨਿਰਮਾਣ ਹੋਇਆ। ਕਿਹਦੇ ਦੁਆਰਾ? ਸ਼ਾਹਜਹਾਨ ਦੇ ਦੁਆਰਾ। ਉਸ ਤੋਂ ਬਾਅਦ ਇੰਪੋਰਟੈਂਟ ਆ, ਸਿੱਧੀ ਸਟੇਟਮੈਂਟ ਐਵੇਂ ਆ ਸਕਦੀ ਆ, ਕੋਈ ਘੁਮਾ ਫਰਾ ਕੇ ਨਹੀਂ ਆਊਗੀ। ਸਿੱਧੀ ਸਟੇਟਮੈਂਟ ਏਦਾਂ ਆਊਗੀ ਜੇ ਆਈ ਪੇਪਰ 'ਚ। ਇੰਪੋਰਟੈਂਟ ਆ। ਕਹਿੰਦੇ ਵੀ ਮੁਸਲਮਾਨ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਹੋਣ ਦਾ ਦਾਅਵਾ ਨਹੀਂ ਕਰਦੇ ਸੀ। ਜਿਹੜੇ ਸਾਨੂੰ ਕੁਛ ਨਹੀਂ ਹੁੰਦੇ ਕਥਨ ਤੇ ਕਾਰਨ। ਠੀਕ ਹੈ, ਕਥਨ ਦਿੱਤਾ ਹੋਊਗਾ ਮੁਸਲਮਾਨ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਹੋਣ ਦਾ ਦਾਅਵਾ ਕਰਦੇ ਸੀ, ਐਵੇਂ ਲਿਖ ਦੇਣਗੇ। ਪਰ ਆਪਾਂ ਨੂੰ ਪਤਾ ਵੀ, ਆਪਾਂ ਥਿਊਰੀ ਪੜ੍ਹੀ ਆ ਵੀ ਉਹ ਦਾਅਵਾ ਨਹੀਂ ਸੀ ਕਰਦੇ। ਆਪਾਂ ਨੂੰ ਤੇ ਇਹ ਚੀਜ਼ ਹੁਣ ਪਤਾ ਵਾ। ਪਰ ਕਹਿੰਦੇ ਪਰ ਕੁਝ ਮੁਸਲਮਾਨ ਫਾਰਸੀ ਇਤਿਹਾਸਕਾਰਾਂ ਵੱਲੋਂ ਮੁਸਲਮਾਨ ਸੁਲਤਾਨਾਂ ਨੂੰ ਅੱਲਾ ਦੀ ਪਰਛਾਈ ਕਿਹਾ ਜਾਂਦਾ ਸੀ। ਠੀਕ ਹੈ, ਜਾਨੀ ਕਿ ਜਿਹੜੇ ਮੁਸਲਮਾਨੀ ਇਤਿਹਾਸਕਾਰ ਹੋਏ ਆ, ਉਹ ਕਹਿੰਦੇ ਵੀ ਜਿਹੜੇ ਮੁਸਲਮਾਨੀ ਸੁਲਤਾਨ ਆ ਉਹ ਅੱਲਾ ਦੀ ਪਰਛਾਈ ਆ, ਅੱਲਾ ਦਾ ਰੂਪ ਆ। ਹੁਣ ਸਾਨੂੰ ਉਲਟ ਕਰਕੇ ਪੁੱਛਣਗੇ, ਇਹ ਪਤਾ ਕੀ ਕਹਿਣਗੇ? ਇਹ ਕਹਿਣਗੇ ਵੀ ਮੁਸਲਮਾਨ ਆਪਣੇ ਆਪ ਨੂੰ ਜਿਹੜਾ ਸੀ ਭਗਵਾਨ ਦਾ ਅਵਤਾਰ ਹੋਣ ਦਾ ਦਾਅਵਾ ਕਰਦੇ ਸੀ, ਤੇ ਮੁਸਲਮਾਨ ਇਤਿਹਾਸਕਾਰ ਕਹਿੰਦੇ ਸੀ ਨਹੀਂ, ਏਦਾਂ ਦਾ ਕੁਛ ਨਹੀਂ ਆ। ਹੁਣ ਆਪਾਂ ਨੇ ਪੜ੍ਹ ਲਈ ਆ ਇਸ ਚੈਪਟਰ ਦੇ ਵਿੱਚੋਂ NCERT ਚੋਂ ਥਿਊਰੀ, ਤੇ ਆਪਾਂ ਨੂੰ ਪਤਾ ਲੱਗ ਗਿਆ ਸਾਰਾ ਦਾ ਸਾਰਾ ਕਨਸੈਪਟ। ਤੇ ਆਪਾਂ ਕਿਉਂ ਆਨਸਰ ਗਲਤ ਕਰਕੇ ਆਵਾਂਗੇ? ਆਪਾਂ ਤਾਂ ਇੰਜ ਆਨਸਰ ਲਾ ਕੇ ਆਵਾਂਗੇ। ਠੀਕ ਆ, ਉਸ ਤੋਂ ਬਾਅਦ ਇਹਦੀ ਉਦਾਹਰਨ ਕੀ ਆ? ਉਦਾਹਰਨ ਇਹ ਆ, ਇਹਨਾਂ ਨੂੰ ਇੱਕ ਦਿੱਲੀ ਦੀ ਇੱਕ ਮਸਜਿਦ ਤੋਂ ਮਿਲੇ ਅਭਿਲੇਖ ਵਿੱਚ ਅਲਾਉਦੀਨ ਖਿਲਜੀ ਬਾਰੇ ਅਜਿਹੇ ਸ਼ਬਦ ਵਰਤੇ ਗਏ। ਜਾਨੀ ਕਿ ਜਿਹੜੀ ਆ ਸਟੇਟਮੈਂਟ ਹੈ ਨਾ ਕਿ ਮੁਸਲਮਾਨ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਨਹੀਂ ਸੀ ਮੰਨਦੇ, ਪਰ ਕੁਝ ਇਤਿਹਾਸਕਾਰ ਜਿਹੜੇ ਆ, ਮੁਸਲਮਾਨੀ ਇਤਿਹਾਸਕਾਰ, ਉਹ ਕਹਿੰਦੇ ਆ ਕਿ ਜਿਹੜੇ ਮੁਸਲਮਾਨੀ ਸੁਲਤਾਨ ਸੀ ਉਹ ਅੱਲਾ ਦੀ ਪਰਛਾਈ ਸੀ। ਕਹਿੰਦੇ ਇਹਦੀ ਉਦਾਹਰਨ ਫਿਰ ਉਹਨਾਂ ਨੇ ਕੀ ਦਿੱਤੀ ਆ? ਕਹਿੰਦੇ ਦਿੱਲੀ ਦੀ ਇੱਕ ਮਸਜਿਦ ਤੋਂ ਇੱਕ ਅਭਿਲੇਖ ਮਿਲਿਆ ਵਾ। ਉਸ ਅਭਿਲੇਖ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਵਾ? ਉਸ ਅਭਿਲੇਖ ਦੇ ਵਿੱਚ ਲਿਖਿਆ ਵਾ ਕਿ ਜਿਹੜਾ ਅਲਾਉਦੀਨ ਖਿਲਜੀ ਸੀ, ਕਹਿੰਦੇ ਉਹਨੂੰ ਅੱਲਾ ਨੇ ਭੇਜਿਆ ਸੀ ਕਿ ਤੂੰ ਧਰਤੀ ਤੇ ਸਿਰਫ ਸ਼ਾਸਕ ਦੇ ਰੂਪ ਵਿੱਚ ਕੰਮ ਕਰੇਗਾ। ਤੇਰੇ ਵਿੱਚ ਅਭਿਲੇਖ ਤੇ ਜੋ ਲਿਖਿਆ ਮੈਂ ਉਹ ਤੁਹਾਨੂੰ ਦੱਸ ਰਹੀ ਹਾਂ। ਉਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਅੱਲਾ ਨੇ ਅਲਾਉਦੀਨ ਖਿਲਜੀ ਨੂੰ ਸਿਰਫ ਸ਼ਾਸਕ ਬਣਾ ਕੇ ਭੇਜਿਆ। ਕਹਿੰਦੇ ਅੱਲਾ ਨੇ ਕਿਹਾ ਅਲਾਉਦੀਨ ਖਿਲਜੀ ਦੇ ਬਾਰੇ ਕਿ ਤੇਰੇ ਵਿੱਚ ਸ਼ਾਸਕ ਬਣਨ ਦੇ ਪੂਰੇ ਗੁਣ ਆ। ਬਹੁਤ ਸਾਰੀ ਉਹਦੀ ਪ੍ਰਸ਼ੰਸਾ ਕੀਤੀ ਅਲਾਉਦੀਨ ਖਿਲਜੀ ਦੀ। ਤੇ ਐਂਡ ਤੇ ਉਹਨਾਂ ਨੇ ਕਿਹਾ ਵੀ ਅਲਾਉਦੀਨ ਖਿਲਜੀ ਨੂੰ ਅੱਲਾ ਨੇ ਆਪ ਚੁਣ ਕੇ ਭੇਜਿਆ ਹੀ ਸ਼ਾਸਕ ਦੇ ਰੂਪ ਵਿੱਚ।
ਕਹਿੰਦੇ ਵੀ ਇਹ ਜਿਹੜੀ ਉਦਾਹਰਨ ਆ, ਜਾਨੀ ਕਿ ਅਭਿਲੇਖ ਫਿਰ ਕਿੰਨਾ ਨੇ ਲਿਖੇ? ਮੁਸਲਮਾਨੀ ਇਤਿਹਾਸਕਾਰਾਂ ਨੇ। ਤੇ ਮੁਸਲਮਾਨੀ ਇਤਿਹਾਸਕਾਰ ਕੀ ਮੰਨਦੇ ਸੀ ਵੀ ਮੁਸਲਮਾਨੀ ਸੁਲਤਾਨ ਜਿਹੜੇ ਆ ਉਹ ਅੱਲਾ ਦਾ ਰੂਪ ਆ। ਤੇ ਕਲੀਅਰ ਹੀ ਹੋ ਗਈ ਗੱਲ ਵੀ ਅਭਿਲੇਖ ਉਹਨਾਂ ਇਤਿਹਾਸਕਾਰਾਂ ਨੇ ਲਿਖੇ, ਕਿਉਂਕਿ ਉਹਨਾਂ ਦੀ ਸੋਚ ਹੀ ਇਹੋ ਜਿਹੀ, ਤੇ ਉਹਨਾਂ ਨੇ ਉਹ ਅਭਿਲੇਖ ਜਿਹੜੇ ਆ ਲਿਖੇ। ਪਰ ਮੁਸਲਮਾਨ ਖੁਦ ਆਪਣੇ ਆਪ ਨੂੰ ਇਸ ਚੀਜ਼ ਦਾ ਦਾਅਵਾ ਨਹੀਂ ਸੀ ਕਰਦੇ, ਉਹ ਨਹੀਂ ਸੀ ਮੰਨਦੇ ਕਿ ਅਸੀਂ ਕੋਈ ਪਰਮਾਤਮਾ ਦਾ ਰੂਪ ਆ ਜਾਂ ਨਹੀਂ। ਠੀਕ ਹੈ, ਮੋਸਟ ਇੰਪੋਰਟੈਂਟ ਟੌਪਿਕ ਆ। ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਇਲਤੁਤਮਿਸ਼ ਦੇ ਬਾਰੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜਾ ਇਲਤੁਤਮਿਸ਼ ਸੀਗਾ ਉਹਨੇ ਦੇਹਲੀ ਏ ਕੁਨਹਾ, ਇਹ ਦਿੱਲੀ ਨੂੰ ਹੀ ਕਿਹਾ ਗਿਆ ਵਾ। ਠੀਕ ਆ, ਕਿਉਂਕਿ ਦਿੱਲੀ ਨਾਮ ਜਿਹੜਾ ਵਾ ਉਹ ਬਾਅਦ ਵਿੱਚ ਪਿਆ ਵਾ। ਦੇਹਲੀ ਏ ਕੁਨਹਾ ਦੇ ਨੇੜੇ ਇਹਨੇ ਇੱਕ ਤਲਾਬ ਦਾ ਨਿਰਮਾਣ ਕੀਤਾ। ਠੀਕ ਹੈ, ਇਸ ਨੂੰ ਹੌਜ ਏ ਸੁਲਤਾਨੀ ਕਿਹਾ ਜਾਂਦਾ ਸੀ। ਬਹੁਤ ਹੀ ਇੰਪੋਰਟੈਂਟ ਆ, ਕੱਲਾ ਕੱਲਾ ਸ਼ਬਦ ਤੁਹਾਡੇ ਲਈ। ਠੀਕ ਆ, ਦੇਹਲੀ ਏ ਕੁਨਹਾ ਦੇ ਨੇੜੇ ਇਲਤੁਤਮਿਸ਼ ਨੇ ਇੱਕ ਹੌਜ ਏ ਸੁਲਤਾਨੀ, ਇੱਕ ਤਲਾਬ ਬਣਾਇਆ ਜਿਹਨੂੰ ਹੌਜ ਏ ਸੁਲਤਾਨੀ ਕਿਹਾ ਗਿਆ। ਠੀਕ ਹੈ, ਇਸ ਦਾ ਅਰਥ ਕੀ ਆ? ਰਾਜੇ ਦਾ ਤਲਾਬ। ਹੌਜ ਏ ਸੁਲਤਾਨੀ, ਮੈਂ ਤੁਹਾਨੂੰ ਦੱਸਿਆ ਸੀ ਕਿ ਹੌਜ ਦਾ ਮਤਲਬ ਕੀ ਆ? ਪਾਣੀ ਦੇ ਨਾਲ ਸੰਬੰਧਿਤ, ਤਲਾਬ ਦੇ ਨਾਲ ਸੰਬੰਧਿਤ। ਠੀਕ ਆ, ਦੇਹਲੀ ਏ ਕੁਨਹਾ ਦੇ ਨੇੜੇ ਇਲਤੁਤਮਿਸ਼ ਨੇ ਇੱਕ ਤਲਾਬ ਬਣਾਇਆ ਜਿਹਦਾ ਅਰਥ ਕੀ ਸੀ? ਜਿਹਨੂੰ ਕਿਹਾ ਜਾਂਦਾ ਸੀ ਹੌਜ ਏ ਸੁਲਤਾਨੀ, ਜਿਹਦਾ ਅਰਥ ਸੀ ਰਾਜੇ ਦਾ ਤਲਾਬ। ਉਸ ਤੋਂ ਬਾਅਦ ਕਹਿੰਦੇ ਕਿ ਕੁਝ ਸਮਾਂ ਬੀਤਿਆ ਤੇ ਮੰਦਿਰਾਂ ਦਾ ਵਿਨਾਸ਼ ਬੜਾ ਹੋਇਆ। ਕਹਿੰਦੇ ਆਕਰਮਣਕਾਰੀ ਜਿਹੜੇ ਆ ਬਾਹਰੋਂ ਆਉਂਦੇ ਗਏ ਹਨਾ, ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਮੰਦਿਰਾਂ ਦਾ ਵਿਨਾਸ਼ ਕੀਤਾ। ਹੁਣ ਜਦੋਂ ਮੰਦਿਰਾਂ ਦੇ ਵਿਨਾਸ਼ ਦੀ ਗੱਲ ਆਉਂਦੀ ਆ ਤਾਂ ਸਾਡੇ ਮਨ ਦੇ ਵਿੱਚ ਗਜਨੀ ਤੇ ਗੌਰੀ ਦਾ ਨਾਮ ਆਉਂਦਾ। ਪਰ NCERT ਦੇ ਵਿੱਚ ਉਦੋਂ ਵੀ ਪਿੱਛੇ ਦਾ ਡਾਟਾ ਦਿੱਤਾ ਇਹਨਾਂ ਨੇ, ਜਿਹੜੇ ਕਿ ਗਜਨੀ ਤੋਂ ਗੌਰੀ ਤੋਂ ਪਹਿਲਾਂ ਵੀ 2 ਰਾਜਿਆਂ ਦਾ ਨਾਮ ਆਉਂਦਾ ਵਾ ਜਿਨ੍ਹਾਂ ਨੇ ਆਕਰਮਣ ਕੀਤੇ। ਇਹ ਕਹਿੰਦੇ ਆ ਕਿ ਬਾਹਰੀ ਆਕਰਮਣਕਾਰੀਆਂ ਨੇ ਬਹੁਤ ਮੰਦਿਰ ਨਸ਼ਟ ਕੀਤੇ। 9ਵੀਂ ਸਦੀ ਵਿੱਚ ਪਾਂਡਵ ਰਾਜੇ ਸ਼ਰੀਮਰ ਤੇ ਸ਼੍ਰੀ ਵੱਲਭ, ਸ਼ਰੀਮਰ ਸ਼੍ਰੀ ਵੱਲਭ ਇਹ ਇੱਕ ਹੀ ਰਾਜੇ ਦਾ ਨਾਮ ਆ। ਠੀਕ ਆ, ਯਾਦ ਰੱਖਿਓ ਪਾਂਡਵ ਦਾ ਰਾਜਾ ਸੀ ਇਹ। ਸ਼੍ਰੀਮਰ ਸ਼੍ਰੀ ਵੱਲਭ ਨੇ ਸ਼੍ਰੀਲੰਕਾ ਤੇ ਆਕਰਮਣ ਕਰਕੇ ਮੰਦਿਰ ਨੂੰ ਤਬਾਹ ਕਰਕੇ ਧਨ ਦੌਲਤ ਦੀ ਲੁੱਟ ਕੀਤੀ। ਯਾਨੀ ਕਿ ਜਿਹੜਾ ਪਾਂਡਵ ਰਾਜਾ ਸੀ ਸ਼੍ਰੀਮਰ ਸ਼੍ਰੀ ਵੱਲਭ ਹਨਾ, ਸ਼੍ਰੀਲੰਕਾ ਤੇ ਇਹਨੇ ਆਕਰਮਣ ਕੀਤਾ, ਬਹੁਤ ਸਾਰੀ ਉੱਥੋਂ ਦੀ ਧਨ ਦੌਲਤ ਲੁੱਟੀ, ਮੰਦਿਰ ਜਿਹੜਾ ਬਰਬਾਦ ਕੀਤਾ, ਮੂਰਤੀਆਂ ਜਿਹੜੀਆਂ ਚੱਕ ਕੇ ਲੈ ਗਿਆ। ਦੂਜਾ ਇਹਦੇ ਵਿੱਚ ਨਾਮ ਆਉਂਦਾ ਵਾ ਰਾਜਾ ਸੇਨ ਦਾ, ਇਹਨੇ ਵੀ ਇਹੀ ਕੁਝ ਕੀਤਾ ਹੈ, ਰਾਜਾ ਸੇਨ। ਠੀਕ ਆ, 800 ਦੇ ਲਗਭਗ ਇਹਦਾ ਜਿਹੜਾ ਆਉਂਦਾ ਵਾ ਰਾਜ। ਠੀਕ ਆ, ਇਹ ਜਿਹੜਾ ਵਾ ਰਾਜਾ ਸੇਨ ਸੀ, ਇਹਨੇ ਜਿਹੜਾ ਸੀਗਾ ਇਹਨੇ ਵੀ ਕਾਫੀ ਮੰਦਿਰਾਂ ਦੀ ਲੁੱਟ ਜਿਹੜੀ ਕੀਤੀ, ਕਾਫੀ ਮੂਰਤੀਆਂ ਇਹਨੇ ਵੀ ਬਰਬਾਦ ਕੀਤੀਆਂ। ਕਹਿੰਦੇ ਫਿਰ ਬਦਲਾ ਲਿਆ, ਇੱਕ ਬੰਦਾ ਉੱਠਿਆ, ਇੱਕ ਸ਼ਾਸਕ ਉੱਠਿਆ ਜਿਹਨੇ ਇਸ ਚੀਜ਼ ਦਾ ਬਦਲਾ ਲਿਆ। ਠੀਕ ਆ, ਸ਼ਿਹਲੀ ਸ਼ਾਸਕ, NCERT ਦੇ ਵਿੱਚ ਇਹਦਾ ਨਾਮ ਆਉਂਦਾ ਵਾ ਸ਼ਿਹਲੀ ਸ਼ਾਸਕ। ਜਿਹੜਾ ਸ਼ਿਹਲੀ ਸ਼ਾਸਕ ਸੀਗਾ ਉਹਨੇ ਇਸ ਚੀਜ਼ ਦਾ ਬਦਲਾ ਲਿਆ ਤੇ ਕਾਫੀ ਧਨ ਦੌਲਤ ਜਿਹੜੀ ਸੀ ਵਾਪਸ ਲੈ ਕੇ ਆਇਆ ਸੀ। ਇਹ ਬੰਦਾ ਕਿੰਨਾ ਵਧੀਆ ਕੰਮ ਕੀਤਾ ਨਾ ਹਨਾ, ਅਣਖੀ ਜਾ ਹੋਊਗਾ। ਸ਼ਿਹਲੀ ਸ਼ਾਸਕ ਜਿਹੜਾ ਸੀ ਇਹਨੇ ਇਸ ਚੀਜ਼ ਦਾ ਬਦਲਾ ਲਿਆ, ਤੇ ਜਿਹੜਾ ਇਹ ਵਾਲਾ ਉੱਪਰ ਵਾਲਾ ਰਾਜਾ ਸੀ ਸ਼ਰੀਮਰ ਸ਼੍ਰੀ ਵੱਲਭ, ਇਹਦੇ ਨਾਲ ਲੜਾਈ ਕੀਤੀ, ਉਹਨੂੰ ਹਰਾਇਆ, ਤੇ ਉਹਨੂੰ ਹਰਾ ਕੇ ਇਹ ਕਾਫੀ ਧਨ ਦੌਲਤ ਜਿਹੜੀ ਮੰਦਿਰਾਂ ਦੇ ਵਿੱਚ ਵਾਪਸ ਲੈ ਕੇ ਆਇਆ ਸੀ। ਠੀਕ ਆ, ਉਸ ਤੋਂ ਬਾਅਦ ਆਪਾਂ 4 ਬਾਗ ਦੀ ਗੱਲ ਕਰਾਂਗੇ ਹੁਮਾਯੂੰ ਦੀ। ਬਸ ਇੰਪੋਰਟੈਂਟ ਜਿਹੀਆਂ ਚੀਜ਼ਾਂ ਰਹਿ ਗਈਆਂ 2-4। ਠੀਕ ਆ, ਆਪਾਂ ਖਤਮ ਕਰਦੇ ਨੇ ਸਾਰੀਆਂ। ਜਿਹੜਾ ਹੁਮਾਯੂੰ ਦਾ ਮਕਬਰਾ ਵਾ, ਹੁਮਾਯੂੰ ਦਾ ਮਕਬਰਾ ਜਿਹੜਾ ਵਾ ਇਹਦੇ ਨਾਲ ਹੀ ਸੰਬੰਧਿਤ ਆ 4 ਬਾਗ। ਹੁਣ 4 ਬਾਗ ਕੀ ਆ ਮੈਂ ਇੱਥੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ। ਠੀਕ ਹੈ, ਇੰਨਾ ਕੁ ਮੈਂ ਥੋੜਾ ਰੇਸ ਕਰ ਦਿੰਨੀ ਆ। ਠੀਕ ਹੈ, ਆਹ ਤਾਂ ਤੁਹਾਨੂੰ ਪਤਾ ਹੀ ਆ ਹਨਾ, ਮੈਂ ਤੁਹਾਨੂੰ ਬਾਅਦ ਚ ਦੱਸ ਦਿੰਨੀ ਆ। ਠੀਕ ਹੈ, 4 ਬਾਗ ਕੀ ਸੀ? ਠੀਕ ਹੈ, ਮੰਨ ਲਓ ਕੋਈ ਇੱਥੇ ਵੀ ਬਾਗ ਆ, ਇੱਥੇ ਵੀ ਬਾਗ ਆ, ਇੱਥੇ ਵੀ ਬਾਗ ਆ, ਤੇ ਇੱਥੇ ਵੀ ਬਾਗ ਆ। 4 ਤਰ੍ਹਾਂ ਦੇ ਬਾਗ ਮਿਲਦੇ ਆ। ਠੀਕ ਆ, ਤੇ 4 ਬਾਗਾਂ ਦੇ ਵਿੱਚ ਕਮਰੇ ਆ। ਠੀਕ ਆ, ਕਮਰੇ ਆ, ਮੈਂ ਤੁਹਾਨੂੰ ਪਿਕਚਰ ਸੈਂਡ ਕਰੂੰਗੀ। ਇਹ ਜਿਹੜਾ 4 ਬਾਗ ਇਹਦੇ ਸੈਂਟਰ ਦੇ ਵਿੱਚ ਵੀ ਰਸਤਾ ਵਾ, ਇਸ ਤਰੀਕੇ ਦਾ ਰਸਤਾ ਵਾ। ਠੀਕ ਆ, ਇਸ ਤਰ੍ਹਾਂ ਦਾ ਰਸਤਾ ਵਾ। ਇਹਦੇ ਇੱਧਰ ਵੀ ਬਾਗ ਆ, ਇੱਥੇ ਵੀ ਬਾਗ ਆ, ਇੱਥੇ ਵੀ ਬਾਗ ਆ, ਇੱਥੇ ਬਾਗ। ਇਸੇ ਨੂੰ ਹੀ 4 ਬਾਗ ਕਹਿੰਦੇ ਆ। ਇਸੇ 4 ਬਾਗ ਦੇ ਵਿੱਚ ਹੁਮਾਯੂੰ ਦਾ ਮਕਬਰਾ ਵਾ। ਸਮਝ ਲੱਗੀ? ਕਹਿੰਦੇ ਇਸ ਦੇ ਵਿੱਚ 8 ਕਮਰੇ ਅਤੇ ਜਿਨ੍ਹਾਂ ਨੂੰ 8 ਸਵਰਗ ਕਿਹਾ ਜਾਂਦਾ। ਯਾਦ ਰੱਖਿਓ ਹੁਮਾਯੂੰ ਦੇ ਮਕਬਰੇ ਬਾਰੇ, ਇਹ ਮੋਸਟ ਇੰਪੋਰਟੈਂਟ ਆ। 4 ਬਾਗ ਜਿਹੜਾ ਵਾ ਹੁਮਾਯੂੰ ਦਾ ਮਕਬਰਾ ਇਸੇ 4 ਬਾਗ ਦੇ ਵਿੱਚ ਆ। ਕਹਿੰਦੇ ਇਹਦੇ ਵਿੱਚ 8 ਕਮਰੇ ਆ
ਤੇ 8 ਕਮਰਿਆਂ ਦਾ ਮਤਲਬ ਕੀ ਆ 8 ਸਵਰਗ। ਇਹ ਚੀਜ਼ ਇਹਨਾਂ ਨੇ NCERT ਦੇ ਵਿੱਚ ਲਿਖੀ ਆ। ਇਹਦਾ ਉਦਾਹਰਨ ਕੀ ਆ ਕਸ਼ਮੀਰ ਦਾ ਸ਼ਾਲੀਮਾਰ ਬਾਗ। ਜਦੋਂ ਤੁਸੀਂ ਕਿਤੇ ਘੁੰਮਣ ਜਾਓਗੇ ਤੁਸੀਂ ਉੱਥੋਂ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਵੀ ਉਹ ਕਿਹਦੀ ਉਦਾਹਰਨ ਹੈ। ਹਮਾਯੂ ਦੇ ਮਕਬਰੇ ਦੀ ਉਦਾਹਰਨ ਕੀ ਆ ਕਸ਼ਮੀਰ ਦਾ ਸ਼ਾਲੀਮਾਰ ਬਾਗ, ਜਿਹੜਾ ਕਿ ਲਗਭਗ 1620 ਤੋਂ 1624 ਦੇ ਵਿੱਚ ਬਣਾਇਆ। ਠੀਕ ਹੈ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਵਸਤੂ ਕਲਾ ਦਾ ਜ਼ਿਆਦਾ ਨਿਰਮਾਣ ਕਿਹਦੇ ਸ਼ਾਸਨ ਕਾਲ ਦੇ ਵਿੱਚ ਹੋਇਆ ਵਾ, ਸ਼ਾਹਜਹਾਨ ਨੂੰ ਚੇਤਾ ਰੱਖਿਓ, ਜਹਾਂਗੀਰ, ਅਕਬਰ, ਬਾਬਰ, ਹਮਾਯੂ। ਜਿਹਦੇ ਵਿੱਚ ਨਾਮ ਨਹੀਂ ਹੁੰਦਾ ਸਿਰਫ ਤੇ ਸਿਰਫ ਔਰੰਗਜ਼ੇਬ ਦਾ ਨਾਮ ਇਹਦੇ ਵਿੱਚ ਨਹੀਂ ਐਡ ਕਰਨਾ। ਬਾਬਰ, ਹਮਾਯੂ, ਸ਼ਾਹਜਹਾਨ, ਜਹਾਂਗੀਰ, ਇਹਨਾਂ ਦਾ ਹਮਾਯੂ, ਬਾਬਰ। ਠੀਕ ਹੈ। ਇਹਨਾਂ ਦੇ ਸ਼ਾਸਨ ਕਾਲ ਦੇ ਸਮੇਂ ਭਵਨ ਨਿਰਮਾਣ ਕਲਾ ਦਾ ਬਹੁਤ ਹੀ ਜ਼ਿਆਦਾ ਵਿਕਾਸ ਹੋਇਆ। ਇਸ ਨੂੰ ਤੁਸੀਂ ਯਾਦ ਰੱਖਣਾ। ਠੀਕ ਆ। ਕਹਿੰਦੇ ਸ਼ਾਹਜਹਾਨ ਦੁਆਰਾ ਦਿੱਲੀ ਅਤੇ ਆਗਰੇ ਵਿੱਚ ਦੀਵਾਨ-ਏ-ਆਮ ਅਤੇ ਦੀਵਾਨ-ਏ-ਖਾਸ ਦਾ ਨਿਰਮਾਣ ਕੀਤਾ, ਜਿਸ ਨੂੰ 40 ਖੰਭਿਆਂ ਦੀ ਸਭਾ ਭਵਨ ਵੀ ਕਹਿੰਦੇ ਆ। ਯਾਦ ਰੱਖਿਓ ਇੱਕ ਨਾ ਮੂਵੀ ਆਈ ਸੀ ਹਿੰਦੀ ਮੂਵੀ, ਮੈਨੂੰ ਨਾਮ ਭੁੱਲ ਗਿਆ ਉਸ ਮੂਵੀ ਦਾ। ਉਹਦੇ ਵਿੱਚ ਰਿਤਿਕ ਰੋਸ਼ਨ ਜਿਹੜਾ ਵਾ ਉਹ ਰੋਲ ਕਰਦਾ ਵਾ। ਉਹਦੇ ਵਿੱਚ ਦੀਵਾਨ-ਏ-ਆਮ, ਠੀਕ ਆ, ਦੀਵਾਨ-ਏ-ਆਮ ਤੇ ਦੀਵਾਨ-ਏ-ਖਾਸ ਮੂਵੀ ਦੇ ਵਿੱਚ ਦਿਖਾਏ ਗਏ ਆ। ਜਿਨ੍ਹਾਂ ਨੇ ਨਹੀਂ ਦੇਖੀ ਮੂਵੀ ਤੁਸੀਂ ਦੇਖ ਸਕਦੇ ਹੋ। ਰਿਤਿਕ ਰੋਸ਼ਨ ਜਿਹੜਾ ਵਾ ਉਹ ਇਸ ਮੂਵੀ ਦੇ ਵਿੱਚ ਜਿਹੜਾ ਵਾ ਆਪਣਾ ਰੋਲ ਕਰਦਾ ਵਾ। ਠੀਕ ਆ। ਤੇ ਨਾਮ ਯਾਦ ਰੱਖਿਓ ਸ਼ਾਹਜਹਾਨ ਦੁਆਰਾ ਬਣਾਏ ਗਏ ਸੀ ਦੀਵਾਨ-ਏ-ਆਮ ਤੇ ਦੀਵਾਨ-ਏ-ਖਾਸ। ਇਹਨੂੰ 40 ਖੰਭਿਆਂ ਦੀ ਸਭਾ ਭਵਨ ਵੀ ਕਹਿੰਦੇ ਆ। ਇਹ ਵੀ ਤੁਸੀਂ ਯਾਦ ਰੱਖਿਓ। ਉਸ ਤੋਂ ਬਾਅਦ ਇੱਕ ਸ਼ਬਦ ਆਉਂਦਾ ਵਾ ਕਿਬਲਾ। ਕਿਬਲਾ ਸ਼ਬਦ ਦਾ ਕੀ ਅਰਥ ਹੈ? ਇਹ ਸੀਟੈਟ ਦੇ ਵਿੱਚ ਪੁੱਛਿਆ ਗਿਆ ਤੇ PSTET ਦੇ ਵਿੱਚ ਵੀ ਕਿਬਲਾ ਸ਼ਬਦ ਪੁੱਛਿਆ ਗਿਆ ਸੀ। ਠੀਕ ਹੈ। ਕਿਬਲਾ ਸ਼ਬਦ ਦਾ ਅਰਥ ਕੀ ਆ? ਮੰਨ ਲਓ ਕਿ ਆ ਕੋਈ ਮਸਜਿਦ ਆ ਮੁਸਲਮਾਨਾਂ ਦੀ, ਇੱਥੇ ਉਹਨਾਂ ਨੇ ਇਸ ਤਰੀਕੇ ਦਾ ਇੱਕ ਕੋਈ ਜਗ੍ਹਾ ਬਣਾਈ ਹੁੰਦੀ ਸੀ, ਕੁਝ ਇੱਥੇ ਵਿਛਾ ਲੈਂਦੇ ਸੀ, ਕੋਈ ਲੀੜਾ ਕੱਪੜਾ, ਕੋਈ ਚਾਦਰ, ਉਹਨੂੰ ਕਿਬਲਾ ਕਹਿੰਦੇ ਸੀ। ਕਿਬਲਾ ਦਾ ਮਤਲਬ ਕੀ ਸੀ? ਨਮਾਜ਼ ਦੌਰਾਨ ਮੁਸਲਮਾਨਾਂ ਦੇ ਸਾਹਮਣੇ ਦੀ ਦਿਸ਼ਾ। ਯਾਨੀ ਕਿ ਮੁਸਲਮਾਨ ਜੇ ਕੋਈ ਨਮਾਜ਼ ਪੜ੍ਹ ਰਹੇ ਆ ਤਾਂ ਉਹਨਾਂ ਤੋਂ ਸਾਹਮਣੇ ਦੀ ਦਿਸ਼ਾ ਕੀ ਕਹਿਲਾਉਂਦੀ ਸੀ? ਕਿਬਲਾ ਕਹਿਲਾਉਂਦੀ ਸੀ। ਤੇ ਉਸ ਤੋਂ ਬਾਅਦ ਨਾਲ ਹੀ ਇਹਨਾਂ ਨੇ ਕਿਬਲੇ ਦੇ ਨਾਲ NCERT ਦੇ ਵਿੱਚ ਲਿਖਿਆ ਵਾ, ਕਹਿੰਦੇ ਧਰਤੀ ਤੇ ਈਸ਼ਵਰ ਦਾ ਪ੍ਰਤੀਨਿਧੀ ਕੌਣ ਹੁੰਦਾ ਵਾ? ਰਾਜਾ। ਮਤਲਬ ਧਰਤੀ ਤੇ ਜੇ ਕੋਈ ਈਸ਼ਵਰ ਦੀ ਪ੍ਰਤੀਨਿਧਤਾ ਕਰ ਰਿਹਾ ਵਾ ਤਾਂ ਉਹ ਕੌਣ ਕਰਦਾ ਵਾ? ਰਾਜਾ ਕਰਦਾ ਵਾ। ਧਰਤੀ ਤੇ ਈਸ਼ਵਰ ਦਾ ਪ੍ਰਤੀਨਿਧ ਕੌਣ ਆ? ਰਾਜਾ ਵਾ। ਇਹ ਸਾਰੇ ਦੇ ਸਾਰੇ ਪੁਆਇੰਟ ਨੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਜਿੱਦਾਂ ਕਿਬਲਾ ਸ਼ਬਦ ਇੰਪੋਰਟੈਂਟ ਆ ਨਾ, ਉਦਾਂ ਹੀ ਇੱਕ NCERT ਦੇ ਵਿੱਚ ਇਹਨਾਂ ਨੇ ਸ਼ਬਦ ਦਿੱਤਾ ਵਾ ਪਿੱਤਰਾ ਦੂਰਾ। ਪਿੱਤਰਾ ਦੂਰਾ ਬਾਰੇ ਮੈਂ ਤੁਹਾਨੂੰ ਸਮਝਾਉਣੀ ਆ ਕਿ ਪਿੱਤਰਾ ਦੂਰਾ ਸ਼ਬਦ ਕੀ ਆ। ਪਿੱਤਰਾ ਦੂਰਾ ਸ਼ਬਦ ਹੈ ਇਹ ਸਾਡੇ ਲਈ ਇੰਪੋਰਟੈਂਟ ਬਣ ਜਾਂਦਾ ਵਾ, ਕਿਉਂਕਿ ਕਿਬਲਾ ਤਾਂ ਇੰਪੋਰਟੈਂਟ ਹੈਗਾ ਹੀ ਹੈਗਾ। ਕਿਬਲਾ ਤਾਂ ਇੱਕ ਵਾਰੀ ਪੁੱਛਿਆ ਵੀ ਗਿਆ, ਪਰ ਹੋ ਸਕਦਾ ਸਾਨੂੰ ਪਿੱਤਰਾ ਦੂਰਾ ਵੀ ਪੁੱਛ ਲੈਣ। ਇਹ ਬਹੁਤ ਹੀ ਇੰਪੋਰਟੈਂਟ ਆ। ਠੀਕ ਆ। ਆਪਾਂ ਫੜ ਕੇ ਹਿਸਟਰੀ ਦਾ ਧੂੜਾ ਪੱਟੀ ਜਾਂਦੇ ਆ। ਠੀਕ ਆ। ਧੂਆਂ ਕੱਢ ਦੇਣਾ ਫੜ ਕੇ। ਆਪਾਂ ਕਿੱਥੋਂ ਪਾ ਦੇਣਗੇ ਸਾਨੂੰ ਪੇਪਰ, ਜਿੱਥੋਂ ਮਰਜ਼ੀ ਪਾ ਦੇਣੇ। ਹਿਸਟਰੀ ਚੱਕ ਕੇ ਆਪਾਂ ਕਰ ਹੀ ਲੈਣੀ ਆ। ਠੀਕ ਆ। ਤੁਸੀਂ ਕਲਾਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦਾ ਫਾਇਦਾ ਹੋ ਸਕੇ। ਕਹਿੰਦੇ ਬਾਦਸ਼ਾਹ ਦੇ ਸਿੰਘਾਸਨ ਦੇ ਪਿੱਛੇ ਪਿੱਤਰਾ ਦੂਰਾ ਨਾਮ ਦੀ ਸ਼ੰਖਲਾ ਬਣਾਈ ਜਾਂਦੀ। ਸ਼ੰਖੁਲਾ ਕਹਿ ਦਿੰਦੇ, ਜਿੱਦਾਂ ਹਿੰਦੀ ਦੇ ਵਿੱਚ ਐਵੇਂ ਲਿਖਿਆ ਹੁੰਦਾ ਨਾ ਸ਼ੰਖੁਲਾ। ਠੀਕ ਆ। ਕਹਿੰਦੇ ਬਾਦਸ਼ਾਹ ਦਾ ਸਿੰਘਾਸਨ, ਜਿਹੜਾ ਬਾਦਸ਼ਾਹ ਦਾ ਸਿੰਘਾਸਨ ਹੁੰਦਾ ਹੈ, ਕਿਸੇ ਰਾਜੇ ਦਾ ਸਿੰਘਾਸਨ, ਕਹਿੰਦੇ ਉਹਦੇ ਪਿੱਛੇ ਪਿੱਤਰਾ ਦੂਰਾ ਨਾਮ ਦੀ ਇੱਕ ਸ਼ੰਖਲਾ ਬਣਾਈ ਜਾਂਦੀ ਸੀ, ਜੋ ਯੂਨਾਨੀ ਦੇਵਤਾ ਆਰਫੀਜ਼ਸ ਦੇ ਸੰਗੀਤ ਵੱਜਦਾ ਸੀ। ਯਾਨੀ ਕਿ ਇਹ ਜਿਹੜਾ ਪਿੱਤਰਾ ਦੂਰਾ ਦੀ ਨਾਮ ਦੀ ਸ਼ੰਖਲਾ ਸੀ, ਜਿਹੜੀ ਬਾਦਸ਼ਾਹ ਦੀ ਕੁਰਸੀ ਦੇ ਪਿੱਛੇ ਬਣਾਈ ਜਾਂਦੀ ਸੀ। ਠੀਕ ਹੈ। ਇੱਕ ਨਾ ਸੰਗੀਤਕਾਰ ਹੋਇਆ ਵਾ ਯੂਨਾਨ ਦਾ, ਉਹਦਾ ਨਾਮ ਕੀ ਆ? ਆਰਫੀਜ਼ਸ ਯੂਨਾਨ ਦਾ ਸੰਗੀਤਕਾਰ ਆ। ਕਹਿੰਦੇ ਉਹਦਾ ਮਿਊਜ਼ਿਕ ਵੱਜਦਾ ਸੀ ਕਿੱਥੇ? ਜਿਹੜੀ ਬਾਦਸ਼ਾਹ ਦੇ ਸਿੰਘਾਸਨ ਦੇ ਪਿੱਛੇ ਪਿੱਤਰਾ ਦੂਰਾ ਬਣਾਈ ਗਈ ਸੀ ਆ, ਉਹਦੇ ਵਿੱਚ ਮਿਊਜ਼ਿਕ ਵੱਜਦਾ ਸੀ ਕਿਹਦਾ? ਯੂਨਾਨ ਦੇ ਸੰਗੀਤਕਾਰ ਆਰਫੀਜ਼ਸ ਦਾ ਸੰਗੀਤ ਵੱਜਦਾ ਸੀ। ਕਹਿੰਦੇ ਉਹ ਸੰਗੀਤ ਇੰਨਾ ਕੁ ਮਨਮੋਹਕ ਸੀ ਕਿ ਜਾਨਵਰ ਵੀ ਸ਼ਾਂਤ ਹੋ ਜਾਂਦੇ ਸੀ। ਕਹਿੰਦੇ ਉਹ ਮਿਊਜ਼ਿਕ ਸੁਣ ਕੇ ਕਹਿੰਦੇ ਜਾਨਵਰਾਂ ਨੂੰ ਵੀ ਸ਼ਾਂਤ ਕਰ ਦਿੰਦਾ ਸੀ। ਕਿਹੜਾ ਮਿਊਜ਼ਿਕ? ਯੂਨਾਨੀ ਦੇਵਤੇ ਦਾ ਆਰਫੀਜ਼ਸ ਦਾ ਮਿਊਜ਼ਿਕ, ਜਿਹੜਾ ਕਿ ਪਿੱਤਰਾ ਦੂਰਾ, ਜਿਹੜਾ ਕਿ ਬਾਦਸ਼ਾਹ ਦੇ ਸਿੰਘਾਸਨ ਦੇ ਪਿੱਛੇ ਬਣਾਇਆ ਜਾਂਦਾ ਸੀ। ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਜ ਮਹਿਲ ਬਾਰੇ ਤੁਹਾਨੂੰ ਪਤਾ ਹੀ ਆ। ਠੀਕ ਹੈ। ਸੰਗਮਰਮਰ ਪੱਥਰਾਂ ਦਾ ਇਸਤੇਮਾਲ ਹੋਇਆ ਇਹਦੇ ਵਿੱਚ। ਠੀਕ ਆ। 1643 ਦੇ ਲਗਭਗ ਇਹ ਬਣਿਆ, ਇਹਨੂੰ ਤੁਸੀਂ ਯਾਦ ਰੱਖਿਓ। ਉਸ ਤੋਂ ਬਾਅਦ ਜਿਹੜਾ ਚਾਰ ਬਾਗ ਆ, ਕਿ ਚਾਰ ਬਾਗ ਦੀ ਜਿਹੜੀ ਸ਼ੁਰੂਆਤ ਹੋਈ ਆ ਉਹ ਹਮਾਯੂ ਦੇ ਸਮੇਂ ਹੋਈ ਆ,
ਪਰ ਇਹਨੂੰ ਸ਼ਾਹਜਹਾਨ ਨੇ ਵੀ ਅਪਣਾਇਆ। ਜਮਨਾ ਨਦੀ ਦੇ ਕਿਨਾਰੇ ਨਦੀ ਤੱਟ ਬਾਗ ਬਣਾਏ। ਉਹ ਕਿਹਦੀ ਐਗਜ਼ਾਮਪਲ ਆ? ਚਾਰ ਬਾਗ ਦੀ ਐਗਜ਼ਾਮਪਲ ਆ। ਠੀਕ ਆ। ਕਹਿੰਦੇ ਸ਼ਾਹਜਹਾਨ ਦਾ ਵੱਡਾ ਪੁੱਤਰ ਦਾਰਾ ਸ਼ਿਕੋ ਹੀ ਇਸ ਤੱਕ ਪਹੁੰਚ ਸਕਦਾ ਸੀ। ਯਾਨੀ ਕਿ ਜਮਨਾ ਨਦੀ ਦੇ ਕੰਢੇ ਜਿਹੜੇ ਚਾਰ ਬਾਗ ਵਰਗੇ ਜਿਹੜੇ ਨਦੀ ਤੱਟ ਬਾਗ ਬਣਾਏ ਸੀ ਸ਼ਾਹਜਹਾਨ ਨੇ ਹੁਮਾਯੂੰ ਦੀ ਨੀਤੀ ਦੇ ਰਾਹੀਂ। ਠੀਕ ਆ। ਕਹਿੰਦੇ ਉੱਥੇ ਸਿਰਫ ਤੇ ਸਿਰਫ ਜਿਹੜਾ ਸ਼ਾਹਜਹਾਨ ਦੇ ਚਾਰ ਪੁੱਤਰ ਸੀ ਨਾ, ਆਪਾਂ ਪੜ੍ਹਦੇ ਹਾਂ ਹਿਸਟਰੀ ਦੇ ਵਿੱਚ, ਉਹਦੇ ਵਿੱਚ ਬਾਕੀ ਭਰਾਵਾਂ ਨੂੰ ਮਾਰ ਕੇ ਜਿਹੜਾ ਔਰੰਗਜ਼ੇਬ ਆ ਗੱਦੀ ਤੇ ਬੈਠਦਾ ਵਾ ਹਨਾ, ਦਾਰਾ ਸ਼ਿਕੋ ਨੂੰ ਸਾਰਿਆਂ ਨੂੰ ਲੜਦਾ ਵਾ। ਕਾਮਰਾਨ ਹੋ ਗਿਆ, ਦਾਰਾ ਸ਼ਿਕੋ ਹੋ ਗਿਆ। ਠੀਕ ਹੈ। ਜਿਹੜਾ ਇਹਦਾ ਵੱਡਾ ਪੁੱਤਰ ਸੀ ਸ਼ਾਹਜਹਾਨ ਦਾ, ਉਹ ਦਾਰਾ ਸ਼ਿਕੋ ਹੀ। ਕਹਿੰਦੇ ਇਹ ਜਿਹੜੇ ਨਦੀ ਤੱਟ ਬਾਗ ਬਣਾਏ ਸੀ ਚਾਰ ਬਾਗ ਵਰਗੇ, ਉੱਥੇ ਸਿਰਫ ਦਾਰਾ ਸ਼ਿਕੋ ਹੀ ਪਹੁੰਚ ਸਕਦਾ ਸੀ। ਜਿਹੜੇ ਬਾਕੀ ਦੇ ਘਰ ਸੀ ਉਹ ਨਦੀ ਤੱਟ ਤੋਂ ਦੂਰ ਸੀ, ਜਿੱਥੇ ਆਮ ਲੋਕ ਹੀ ਜਾਂਦੇ ਸੀ, ਤੇ ਇੱਥੋਂ ਤੱਕ ਆਮ ਲੋਕ ਨਹੀਂ ਸੀ ਆ ਸਕਦੇ, ਸਿਰਫ ਸ਼ਾਹਜਹਾਨ ਦਾ ਵੱਡਾ ਪੁੱਤਰ ਹੀ ਆ ਸਕਦਾ ਸੀ। ਹੁਣ ਨਾ ਇੱਕ ਐਕਸਟਰਾ ਨੌਲੇਜ ਆ, ਉਹ ਇਹ ਕਿ ਪੁੱਛਿਆ ਜਾ ਸਕਦਾ ਵੀ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਕਿਹੜੇ ਉਹ ਮੰਦਿਰ ਆ, ਕਿਹੜੀਆਂ ਇਦਾਂ ਦੀਆਂ ਥਾਵਾਂ ਵਾ ਜਿਹੜੀਆਂ ਸਾਨੂੰ ਚਾਰ ਬਾਗ ਦੀ ਐਗਜ਼ਾਮਪਲ ਜਾਂ ਚਾਰ ਬਾਗ ਦੀ ਵਸਤੂ ਕਲਾ ਦਾ ਸਾਨੂੰ ਉਦਾਹਰਨਾਂ ਦਿੰਦੀਆਂ ਵਾ। ਫਰਾਂਸ ਦੇ ਵਿੱਚ ਗੋਥਿਕ ਮੰਦਿਰ ਆ, ਫਰਾਂਸ ਕੰਟਰੀ ਆ ਜਿਹੜੀ। ਠੀਕ ਆ। ਫਰਾਂਸ ਦੇ ਮੰਦਿਰ ਵਿੱਚ ਫਰਾਂਸ ਦਾ ਇੱਕ ਮੰਦਿਰ ਆ ਗੋਥਿਕ ਮੰਦਿਰ, ਉਹ ਇਹਦੀ ਉਦਾਹਰਨ ਹੈ, ਚਾਰ ਬਾਗ ਦੀ ਉਦਾਹਰਨ ਆ। ਠੀਕ ਆ। ਕਹਿੰਦੇ ਇੱਥੇ ਨੁਕੀਲੇ ਮਹਿਰਾਬ ਆ। ਠੀਕ ਆ। ਮਹਿਰਾਬ ਨੂੰ ਸਰਚ ਕਰ ਲਿਓ, ਗੂਗਲ ਤੇ ਫੋਟੋਆਂ ਮਿਲ ਜਾਣਗੀਆਂ। ਠੀਕ ਆ। ਕਹਿੰਦੇ ਇੱਥੇ ਰੰਗਦਾਰ ਸ਼ੀਸ਼ੇ ਜਿਹੜੇ ਆ ਵਰਤੇ ਗਏ। ਉਸ ਤੋਂ ਬਾਅਦ ਪੈਰਿਸ ਦਾ ਨਾਈਟਰੋਡਮ ਚਰਚ। ਠੀਕ ਆ। ਜਾਨੀ ਕਿ ਚਾਰ ਬਾਗ ਦੀਆਂ ਉਦਾਹਰਨਾਂ ਦੱਸ ਰਹੀ ਆ ਕੰਟਰੀਜ਼ ਦੇ ਵਿੱਚ। ਠੀਕ ਹੈ। ਫਰਾਂਸ ਦੇ ਵਿੱਚ ਗੋਥਿਕ ਮੰਦਿਰ ਤੇ ਪੈਰਿਸ ਦਾ ਨਾਈਟਰੋਡਮ ਚਰਚ ਜਿਹੜਾ ਵਾ ਉਹ ਚਾਰ ਬਾਗ ਦੀਆਂ ਅੱਜ ਦੇ ਸਮੇਂ ਦੀਆਂ ਉਦਾਹਰਨਾਂ ਵਾ। ਠੀਕ ਆ। ਇਹ ਸੀ ਸਾਡਾ ਸਾਰਾ ਦਾ ਸਾਰਾ ਪੰਜਵਾਂ ਚੈਪਟਰ। ਠੀਕ ਆ। ਜਿਹੜਾ ਚੈਪਟਰ ਸਾਡਾ ਸੀਗਾ ਇਮਾਰਤਾਂ, ਸ਼ਾਸਕ ਤੇ ਉਹਨਾਂ ਦੀਆਂ ਇਮਾਰਤਾਂ, ਬਹੁਤ ਹੀ ਬਰੀਕੀ ਦੇ ਨਾਲ ਪੜ੍ਹਾਇਆ। ਇਹ ਚੈਪਟਰ ਜਿਹੜਾ ਸੀ ਬਹੁਤ ਹੀ ਔਖਾ ਵਾ, ਖੁਦ ਰੀਡ ਕਰਕੇ ਵੇਖ ਲਿਓ NCERT ਤੇ, ਬਹੁਤ ਹੀ ਔਖਾ ਲੱਗੂਗਾ, ਪਰ ਮੈਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਹੋਪ ਸੋ ਤੁਹਾਨੂੰ ਬਹੁਤ ਵਧੀਆ ਸਮਝ ਆਈ ਹੋਊਗੀ। ਕਲਾਸ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ। ਠੀਕ ਹੈ। ਕਿਉਂਕਿ ਬਹੁਤ ਮਿਹਨਤ ਲੱਗਦੀ ਆ। ਠੀਕ ਆ। ਤੇ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਲਾਸ ਜਿਹੜੀ ਆ ਕਿਵੇਂ ਦੀ ਲੱਗੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।